आओ मनोबिरतियाँ गुरु चरणां नाल जोड़ते हुए गुरु चरणां विखे लवाइए हाजरियाँ। गुरु का बख्शिया फतेह का नारा करिए बुलंद, उपरंत बाणी दी विचार नाल जुड़ना करांगे। गज के आखिए जी वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। मनमुख भूला ठौर न पाए, जमदर बद्दा चोटां खाए। विन नावै को संग न साथी, मुक्ते नाम त्यावणिया। मनमुख भूला ठौर न पाए, जमदर बद्दा चोटां खाए। बिन नावे को संग न साथी, मुक्ते नाम त्यावणिया। वाहिगुरु ये पवित्र बचन पहले पातशाह आप नारायण सतगुरु धन धन श्री गुरु नानक देव महाराज जी दे उचारण किए हुए, जो श्री गुरु ग्रंथ साहिब महाराज जी दे पवित्र अंग 109 उपर सुभाए महान शब्द का चौथा पदा आप जी ने सरवण किया। धन धन श्री गुरु ग्रंथ साहिब जी महाराज इस पवित्र बचन राही की बख्शिश करते हैं कि मन की मर्जी करने वाला भटकना विच पिया रहिंदा। अष्टपदियाँ स्वरूप का माझ रागड़ा ये पवित्र शब्द धन गुरु नानक देव जी का पहला शब्द, जिस विच पिछे बख्शिश कर रहे सी कि जिहड़े परमेश्वर नूं भा जाते हैं उन्हां नूं गुरमुख कहंदे आ। भाव जो गुरु के मुताबिक चलते हैं, गुरु वाले बन जाते हैं, गुरमुख बन के चलते हैं, उन्हां दा जीवन सफला हो जाता है। सच्ची दरगह महल बुलाए, सच्चे दीन दयाल मेरे साहिबा, सच्चे मन पति आवने। शब्द रंगाए हुक्म सवाए, भावें सारी दुनिया उहदे हुक्म च रहे, पर जिहड़े उहदे रंग विच रंगे जाते हैं, जिहड़े उहदे हुक्म नूं मनदे होए ਉਹਦੇ ਵਿੱਚ ਆਪਣੇ ਆਪ ਨੂੰ ਮਿਕਸ ਕਰ ਲੈਂਦੇ ਹਨ, ਉਹਨਾਂ ਨੂੰ ਪਰਮੇਸ਼ਰ ਆਪਣੀ ਦਰਗਾਹ ਵਿੱਚ ਬੁਲਾ ਲੈਂਦਾ, ਭਾਵ ਆਪਣੇ ਵਿੱਚ ਮਿਲਾ ਲੈਂਦਾ। ਤੀਸਰੇ ਪਲੇ ਤੱਕ ਸਤਿਗੁਰਾਂ ਨੇ ਗੁਰਮੁਖਾਂ ਦੀ ਗੱਲ ਕੀਤੀ, ਗੁਰਮੁਖਾਂ ਦੇ ਜੀਵਨ ਦੀ ਗੱਲ ਕੀਤੀ। ਅਗਲੇ ਚੌਥੇ ਪਦੇ ਵਿੱਚ ਇਸ ਅਸ਼ਟਪਦੀ ਸਰੂਪ ਸ਼ਬਦ ਦੇ ਚੌਥੇ ਪਦੇ ਵਿੱਚ ਬਖਸ਼ਿਸ਼ ਕਰਦੇ ਹਨ ਕਿ ਜਿਹੜਾ ਮਨਮੁਖ ਹੈ, ਜਿਹੜਾ ਮਨ ਦੇ ਮਗਰ ਚੱਲਣ ਵਾਲਾ ਹੈ, ਮਨਮਤ ਕਰਨ ਵਾਲਾ ਹੈ, ਮਨਮੁਖ ਭੂਲਾ ਠੌਰ ਨਾ ਪਾਏ, ਉਹਨੂੰ ਕਿਤੇ ਵੀ ਟਿਕਾਣਾ ਨਹੀਂ ਮਿਲਦਾ। ਮਨ ਦੀ ਮਤ ਕਾਰਨ, ਮਨ ਦੀ ਮਰਜ਼ੀ ਕਰਨ ਕਰਕੇ, ਮਨ ਮਰਜ਼ੀ ਕਰਨ ਕਰਕੇ ਉਹ ਦੁਖੀ ਹੁੰਦਾ ਹੈ, ਭਟਕਦਾ ਹੈ। ਔਰ ਮਾਤ ਲੋਕ ਦੇ ਵਿੱਚ ਮਨੁੱਖਾ ਜੀਵਨ ਵੀ ਉਹਦਾ ਦੁਖਦਾਈ ਹੁੰਦਾ ਹੈ, ਅਤੇ ਜਦ ਇਹ ਸਰੀਰ ਨੂੰ ਛੱਡ ਜਾਂਦਾ ਫਿਰ ਅਨੇਕਾਂ ਟੇਢੀਆਂ ਜੂਨਾਂ ਵਿੱਚ ਪੈ ਜਾਂਦਾ, ਮਨ ਮਰਜ਼ੀ ਕਰਨ ਕਰਕੇ। ਮਨ ਮਰਜ਼ੀ ਕਰਦਾ ਹੈ, ਹਾਏ ਮੈਂ ਮਰ ਗਿਆ, ਮੇਰੇ ਬੱਚਿਆਂ ਦਾ ਕੀ ਬਣੂ, ਤਾਂ ਸੂਰ ਦੀ ਜੂਨ ਵਿੱਚ ਜਾਣਾ ਪਿਆ। ਅੰਤਕਾਲ ਜੇ ਲੜਕੇ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਸੂਕਰ ਜੋਨ ਹੋਏ ਬਲ ਬਲ ਔਤਰੇ। ਇਹ ਮਨ ਮਰਜ਼ੀ ਹੈ ਨਾ। गुरु की मर्जी है कि सारे आपो अपने कर्मां नूं भोगण वास्ते आए आ। गुरु दे कोलों इह गल दी समझ आउंदी है तो बंदा सिमरन भजन बंदगी करदा होया अपना जीवन सफला करदा है।
ਭਾਵੇਂ ਕਿ ਰਿਸ਼ਤੇਦਾਰੀਆਂ ਸਾਕ ਸੰਬੰਧਾਂ ਦੇ ਵਿੱਚ ਵੀ ਵਰਤਦਾ, ਪਰ ਵਿੱਚ ਖਚਤ ਨਹੀਂ ਹੁੰਦਾ, ਡੁੱਬਦਾ ਨਹੀਂ, ਵਿੱਚ ਮਿਕਸ ਨਹੀਂ ਹੁੰਦਾ। ਪਰਮੇਸ਼ਰ ਦੇ ਨਾਮ ਨਾਲ ਜੁੜਨਾ ਕਰਦਾ ਹੈ ਤੇ ਪਰਮੇਸ਼ਰ ਦੇ ਨਾਮ ਨਾਲ ਜੁੜ ਕਰਕੇ ਆਪਣਾ ਜੀਵਨ ਸਫਲਾ ਕਰਕੇ ਜਦ ਸੰਸਾਰ ਨੂੰ ਛੱਡਦਾ ਹੈ ਤੇ ਪਾਤਸ਼ਾਹ ਕਹਿੰਦੇ ਫਿਰ ਅੰਤ ਕਾਲ ਨਾਰਾਇਣ ਸਿਮਰੇ। ਸਰੀਰ ਨੂੰ ਛੱਡਦਾ ਹੋਇਆ ਪਰਮੇਸ਼ਰ ਨੂੰ ਯਾਦ ਕਰਦਾ ਹੈ ਤੇ ਜਦ ਪਰਮੇਸ਼ਰ ਨੂੰ ਯਾਦ ਕਰਦਾ ਹੋਇਆ ਸਰੀਰ ਤਿਆਗਦਾ ਹੈ, ਬਾਦਤ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਕਾ ਹਿਰਦੈ ਵਸੇ। ਭਗਤ ਤਰਲੋਚਨ ਜੀ ਕਹਿੰਦੇ ਮੈਂ ਸੱਚ ਕਹਿਣਾ ਕਿ ਉਹਨਾਂ ਦੇ ਹਿਰਦੇ ਵਿੱਚ ਉਹ ਸੁਨਹਿਰੀ ਸਰੂਪ ਵਾਲਾ ਪਰਮੇਸ਼ਰ ਵਸ ਜਾਂਦਾ ਹੈ। ਉਹ ਜੀਵ ਮੁਕਤ ਹੋ ਜਾਂਦੇ ਹੈ ਤੇ ਜਾ ਕੇ ਪਰਮੇਸ਼ਰ ਦੇ ਵਿੱਚ ਵਸ ਜਾਂਦੇ ਹਨ। ਇਸ ਕਰਕੇ ਹੁਣ ਅਗਲੀ ਗੱਲ ਕਰਦੇ ਆ ਮਨਮੁੱਖਾਂ ਦੀ। ਕਹਿੰਦੇ ਮਨਮੁੱਖ ਦਾ ਜਿਹੜਾ ਸੁਭਾਅ ਹੈ ਉਹ ਆਪਣੇ ਮਨ ਨੂੰ ਮੁੱਖ ਰੱਖ ਕੇ ਚੱਲਦਾ, ਭਾਵ ਮਨ ਦੇ ਮਗਰ ਚੱਲਦਾ ਤੇ ਅੱਗੇ ਮਨ ਵੀ ਆਜ਼ਾਦ ਨਹੀਂ ਹੈ। ਮਨ ਵੀ ਜਿਹੜਾ ਹੈ ਕਾਲ ਦੇ ਵਸ ਵਿੱਚ ਹੈ ਤੇ ਕਾਲ ਨੇ ਆਪਣੇ 5 ਪੈਰੋਕਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਦੇ ਮਗਰ ਲਾਏ ਹੋਏ ਆ। ਮਨ ਨੂੰ ਸੋਚਣ ਹੀ ਨਹੀਂ ਦਿੰਦੇ ਪਰਮੇਸ਼ਰ ਵੱਲ, ਆਪਦੀਆਂ ਹੀ ਸੋਚਾਂ ਇਹਨੂੰ ਫੜਾਈ ਰੱਖਦੇ ਆ। ਜਿਵੇਂ ਉਹ ਚਾਹੁੰਦੇ ਆ ਮਨ ਉਵੇਂ ਭੱਜਿਆ ਫਿਰਦਾ, ਕਦੇ ਕਾਮ ਵਾਸ਼ਨਾ ਮਗਰ, ਕਦੇ ਕ੍ਰੋਧ ਮਗਰ, ਕਦੇ ਹੰਕਾਰ ਮਗਰ, ਕਦੇ ਲੋਭ ਲਾਲਚ ਦੇ ਮਗਰ, ਕਦੇ ਮੋਹ ਮਮਤਾ ਦੇ ਮਗਰ। ਇਹ ਮਨ ਭਟਕਦਾ ਰਹਿੰਦਾ ਹੈ। ਜਦ ਮਨ ਭਟਕਦਾ ਰਹਿੰਦਾ ਫਿਰ ਜੀਵ ਆਤਮਾ ਵੀ ਸਾਡੀ ਭਟਕਦੀ ਰਹਿੰਦੀ ਆ। ਇਹ ਜੀਵ ਆਤਮਾ ਜਿਹੜੀ ਹੈ ਫਿਰ ਟੇਢੀਆਂ ਜੂਨਾਂ ਵਿੱਚ ਮਨ ਮਰਜ਼ੀ ਕਰਕੇ ਪੈ ਜਾਂਦੀ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰੰਕਾਲੇ ਦੇਸ ਨਰੀਆ। ਬੜੇ ਲੰਬੇ ਸਮੇਂ ਤੋਂ ਬਾਅਦ ਇਸ ਨੂੰ ਮਨੁੱਖਾ ਦੇਹੀ ਸਾਜ ਕੇ ਦਿੱਤੀ ਗਈ ਆ। ਇਸ ਕਰਕੇ ਇਹ ਮਨੁੱਖ ਜਿਹੜਾ ਹੈ ਫਿਰ ਟੇਢੀਆਂ ਜੂਨਾਂ ਵਿੱਚ ਪੈ ਜਾਂਦਾ ਔਰ ਭਟਕਦਾ ਰਹਿੰਦਾ। ਮਨਮੁਖ ਭੂਲਾ ਠੌਰ ਨਾ ਪਾਏ, ਜਮਦਰ ਬੱਧਾ ਚੋਟਾਂ ਖਾਏ। ਫਿਰ ਜਮਾਂ ਦੇ ਦਰ 'ਤੇ ਵੱਜਿਆ ਹੋਇਆ ਡੰਡੇ ਖਾਂਦਾ। ਹੁਣ ਕਈ ਲੋਕ ਕਹਿੰਦੇ ਆ ਕਿੱਥੇ ਹੈ ਇਹੋ ਜਿਹਾ ਅਸਥਾਨ, ਇਹੋ ਜਿਹਾ ਨਰਕ ਕਿੱਥੇ ਹੈ ਜਿੱਥੇ ਜੀਵ ਦੇ ਡੰਡੇ ਪੈਂਦੇ ਆ। ਤੇ ਇੱਥੇ ਧਰਤੀ ਉੱਤੇ ਹੀ ਆ ਨਰਕ ਸਵਰਗ ਸਭ ਕੁਝ ਇੱਥੇ ਦੁਨੀਆ ਵਿੱਚ ਹੀ ਵਿਖਾਇਆ ਗਿਆ ਪਰਮੇਸ਼ਰ ਵੱਲੋਂ। ਜਿਹੜੇ ਜੇਲ੍ਹਾਂ ਦੇ ਵਿੱਚ ਬੰਨੇ ਹੋਏ ਆ ਉਹਨਾਂ ਦੇ ਵੀ ਡੰਡੇ ਪੈ ਰਹੇ ਆ। ਜੇ ਟੇਢੀਆਂ ਜੂਨਾਂ ਦੇ ਰੂਪ 'ਚ ਪਸ਼ੂਆਂ ਦੀ ਜੂਨੇ ਵੀ ਸਾਡੇ ਹੱਥ ਆ ਗਏ, ਉਹਨਾਂ ਦੇ ਵੀ ਡੰਡੇ ਪੈ ਰਹੇ ਆ। ਅਸੀਂ ਗੱਡੇ ਜੋੜਦੇ ਆ, ਉਹਨਾਂ ਨੂੰ ਬਲਦ ਬਣਾਉਣੇ ਆ, ਪਸ਼ੂਆਂ ਦੇ ਕੋਲੋਂ ਕੰਮ ਲੈਂਦੇ ਹਾਂ ਉਹਨਾਂ ਨੂੰ ਤੇ ਉਹਨਾਂ ਡੰਡੇ ਪੈਂਦੇ ਨਹੀਂ। ਉਹਨਾਂ ਵਾਸਤੇ ਆਪਾਂ ਜਮਦੂਤ ਹਾਂ, ਕੈਦੀਆਂ ਵਾਸਤੇ ਪੁਲਿਸ ਵਾਲੇ ਜਮਦੂਤ ਆ, ਉਹ ਕੁੱਟਦੇ ਆ ਉਹਨਾਂ ਨੂੰ। ਇਸ ਕਰਕੇ ਸਭ ਕੁਝ ਇੱਥੇ ਹੀ ਆ। ਤਾਂ ਇਹ ਜੀਵ ਜਿਵੇਂ ਪਸ਼ੂ ਕਿੱਲੇ 'ਤੇ ਬੰਨ੍ਹਿਆ ਹੋਇਆ, ਉਹਨੂੰ ਅਸੀਂ ਹਰਾ ਦਾਣਾ ਪਾਈਏ ਜਾਂ ਨਾ ਪਾਈਏ ਉਹ ਝਾਕਦਾ ਰਹਿੰਦਾ। ਔਰ ਜਦੋਂ ਗੱਡੇ ਜੋੜਦੇ ਆ ਨਾਲੇ ਭਾਰ ਖਿੱਚਦਾ, ਨਾਲੇ ਡੰਡੇ ਨਾਲ ਕੁੱਟ ਕੇ ਭਜਾਉਂਦੇ ਆ। ਇਸ ਤਰ੍ਹਾਂ ਇਹ ਜੀਵ ਹੀ ਤਾਂ ਭੋਗਦਾ ਸਾਰਾ ਕੁਝ। ਮਨ ਦੀਆਂ ਗਲਤੀਆਂ ਜੀਵ ਆਤਮਾ ਨੂੰ ਸਰੀਰ ਕਰਕੇ ਭੋਗਣੀਆਂ ਪੈਂਦੀਆਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਮਦਰ ਬੱਧਾ ਚੋਟਾਂ ਖਾਏ। ਛੁੱਟ ਕਿਵੇਂ ਸਕਦਾ ਟੇਢੀਆਂ ਜੂਨਾਂ 'ਚੋਂ? ਪਾਤਸ਼ਾਹ ਜੀ ਕਹਿੰਦੇ ਗੁਰੂ ਨੂੰ ਮਿਲ ਕੇ ਬਿਨ ਨਾਵੈ ਕੋ ਸੰਗ ਨ ਸਾਥੀ, ਮੁਕਤੇ ਨਾਮ ਤੇ ਆਵਣੇ ਆ। ਮੇਰੇ ਗੱਲ ਯਾਦ ਆ ਗਈ। ਇੱਕ ਬਾਣੀਆ ਇੱਕ ਸੇਠ ਆਪਣੀ ਦੁਕਾਨ 'ਤੇ ਬੈਠਾ ਹੈ, ਦੁਕਾਨਦਾਰੀ ਕਰਦਾ ਹੈ ਔਰ ਉਸ ਇਲਾਕੇ ਦੇ ਵਿੱਚ ਹੀ ਕਬੀਰ ਸਾਹਿਬ ਜੀ ਦਾ ਵੀ ਜਨਮ ਹੋਇਆ। ਤੇ ਕਬੀਰ ਸਾਹਿਬ ਬਾਜ਼ਾਰ ਦੇ ਵਿੱਚੋਂ ਜਦੋਂ ਲੰਘਦੇ ਆ ਤੇ ਇਹਨਾਂ ਦੀ ਨਿਗਾਹ ਉਹ ਸੇਠ 'ਤੇ ਪੈਂਦੀ ਆ। ਤੇ ਭਗਤਾਂ ਦਾ ਕੰਮ ਹੁੰਦਾ ਸਭ ਨੂੰ ਪਰਮੇਸ਼ਰ ਨਾਲ ਜੋੜਨਾ, ਤੇ ਇਹ ਉਹ ਸੇਠ ਕੋਲ ਰੁਕ ਜਾਂਦੇ ਆ। ਸੇਠ ਜੀ ਸਤਸੰਗ 'ਚ ਆਇਆ ਕਰੋ,
कोई रब रब कर लिया करो थोड़ा बहुता समा, 24 घंटे दुकान 'ਚ ਹੀ खचत होए रहने। अगों सेठ जिहड़ा अपने धीआं पुत्तरां बच्चियां दे मोह 'ਚ फसिया होया कहंदा बाबा असीं विहले थोड़ा ही आ, तुसीं तां विहले हो, तुसीं डेरे वाले गुरुद्वारे वाले मंदिर वाले तां विहले हो, तुहानूं तां कोई काम ही नहीं हैगा, असीं तां काम करदे आ, सौदा लियाउने आ, फिर वेचदे आ, फिर पैसे वटदे आ, फिर जवाकां नूं खाना पानी लिजा के दिंदे आ, सानूं बहुत काम हैगे, विहले नहीं हैगे। पर कबीर साहब जी का सुभाਅ सी जदों भी उत्थों दी लंघना कहंदे वो सेठ नूं जरूर कहना भी सेठ जी तुसीं मैं कल भी कहा सी तुसीं आए नहीं मुड़ के, सत्संग दे विच आया करो। तां वो सेठ ने फिर टाल मटोल कर देनी, टाल मटोल करके ते भाई साहब नूं लंघा देना। भगत जी का सुभाਅ सी उन्हां ने रोज़ाना उत्थों लंघना ते लंघदे होए सेठ नूं जरूर कहना। हुण जदों भगत जी नूं सेठ आउंदे वेखदा ते उदों ही इहदे मन विच गुस्सा पैदा हो जांदा है, मर यार ये साध बड़ा मगर पिया, दस असीं विहले आ, ये रोज़ ही आ जांदा सत्संग च आया करो जी, बिन भागा सत्संग न लभे, कहण नूं प्रचार तां रोज़ ही करदे आ, पर गुरु घर च तां ओने की आउंदे आ जिन्ने क वड्डे भागां विच लिखिया होया कि सत्संग करिए। बिन भागा सत्संग न लभै, बिन संगत मैल भरीजै जीओ। गल मुकाओ कि वो सेठ भगत जी की गल मन के कदे भी सत्संग विच ना आया। समा बतीत हुंदा गया, बच्चियां दी मोह ममता विच फसिया होया। गुरु प्यारिओ सारी उम्र इसने दुकानदारी करदियां बतीत कर दित्ती ते अखीर एक दिन मौत हो गई। जद मौत का समा आया तो उदों भी ये अंदर फुरना बन गया भी मैं तो मर गया, मेरे बच्चों का की बनूगा, सौदा कौन लिया के देऊ इन्हों, ये तो नियाणे है तो ठगी खा जाएंगे। बस ये फुरना बनया तो उधरों मौत हो गई तो ये फुरना लैके रूह जिहड़ी है सुरत जिहड़ी है परमेश्वर के सामने गई बई मैं तो सौदा लियाउणा सीगा, बच्चे पालने सी, हले दुकानदारी का काम चलदा सीगा। परमेश्वर कहते जे सौदा ही ढोना है तो फिर खुल के ढोना, तैनूं बलद बना दिंदे आ। उन्होंने घर विच गां सूण वाली सी, उन्होंने सेठां ने घरी कहते परमेश्वर ने कला वरताई, ये जिहड़ी रूह सी सेठ दे शरीर चों निकली जाके उस गां दे पेट विच बच्चा बन गई। को सतनाम सी बच्चे की जून च पै गया। जिस वेले गां ने बच्चा दिता, गां सूई ते सेठ दे बच्चे बड़े खुश होए, वो या तो गल बन गई, आपां इहनूं बलद बनावांगे, एक गड्ढा बना लांगे, अगे तो बापू सौदा जिवें किवें लिआउंदा सी हुण आपां गड्ढे ते लद के लिआया करांगे। ते गुरु प्यारे उस बच्चे नूं पाल करके उन्होंने बलद बना लिया, हाली कढ़ लिया, गड्ढे जोड़ लिया, गड्ढा तैयार कर लिया ते हुण उस गड्ढे ते सौदा लिआउण लगे। अखीर गुरु प्यारे वो बलद भी 20 साल का होया, बुढ़ा हो गया, हुण इन्ना भार भी नहीं खिंचिया जांदा। ते एक दिन चलदे चलदे सड़क ते ठेडा वजिया, गड्ढा भरिया होया समान का, ओवरलोड है, खिंचिया नहीं जाता, पैर का ठेडा वजिया तो डिग पिया, तो डिगदे दे गड्ढे का जूला जिहड़ा सी वो धौन ते वजिया तो रीढ़ की हड्डी टुट गई। लोगों ने भज के गड्ढा पासे किया, बलद नूं खड़ा करन दी कोशिश की, पर बलद उठ नहीं सकता, धौन टुट गई है, उसकी रीढ़ की हड्डी टुट गई धौन चों, धौन लमक गई है। बड़ा जोर लाउंदे आ, आरा मारदे आ, ठेडे मारदे आ, बलद नूं उठाउणा चाहुंदे आ पर उठदा नहीं, बड़ी भीड़ हो गई। किते कुदरती कहंदे चलदे चलदे भगत कबीर साहब जी भी उत्थे आ गए ते इकट्ठ वेख के खड़ के कहंदे भी की हो गया। कहंदे जी ये बलद है सेठां दा, ये डिग पिया ते लगदा धौन टुट गई इहदी। कहंदे कबीर साहब जी ने दिव्य दृष्टि नाल देखिया
ਤੇ ਕਹਿੰਦੇ ਇਹ ਅੱਛਾ ਉਹ ਸੇਠਾਂ ਦਾ ਬਲਦ ਹੈ, ਦੁਕਾਨਦਾਰਾਂ ਦਾ? ਕਹਿੰਦੇ ਹਾਂ ਜੀ। ਔਰ ਕੀ ਵੇਖਦੇ ਆ ਕਿ ਉਹ ਰੂਹ ਜਿਹਨੂੰ ਇਹ ਰੋਜ਼ ਬੇਨਤੀ ਕਰਦੇ ਸੀ ਕਿ ਸੇਠ ਜੀ ਸਤਸੰਗ 'ਚ ਆ ਜਾਇਆ ਕਰੋ, ਸਮਾਂ ਕੱਢ ਕੇ 24 ਘੰਟਿਆਂ 'ਚੋਂ ਬੰਦਾ 2 ਘੰਟੇ 40 ਮਿੰਟ ਗੁਰੂ ਘਰ ਵੱਲ ਲਾ ਦੇਵੇ ਤੇ ਇਹਦਾ ਭਲਾ ਹੀ ਆ। ਚਾਹੇ ਰੱਬ ਰੱਬ ਘਰੇ ਬਹਿ ਕੇ ਕਰ ਲਵੇ, ਚਾਹੇ ਗੁਰੂ ਘਰ ਆ ਜਾਵੇ, ਨਿਤਨੇਮ ਕਰੇ, ਹੋਰ ਨਹੀਂ ਕੁਛ ਹੁੰਦਾ। ਅਨਪੜ੍ਹ ਹੈ ਤੇ ਮੂਲ ਮੰਤਰ ਗੁਰਮੰਤਰ ਜਪੇ, ਭਾਵ ਸੁਰਤ ਵਿੱਚ ਸ਼ਬਦ ਨੂੰ ਵਸਾਉਣਾ ਕਰੇ, ਤਾਂ ਕਿ ਅੰਤ ਵੇਲਾ ਜਦ ਆਵੇ ਤੇ ਇਹ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਜਪਦਾ ਪਰਮੇਸ਼ਰ ਵਿੱਚ ਮਿਲ ਜਾਵੇ। ਕਬੀਰ ਸਾਹਿਬ ਜੀ ਨੇ ਦੇਖਿਆ ਵੀ ਇਸ ਬਲਦ ਦੇ ਵਿੱਚ ਤਾਂ ਉਸ ਸੇਠ ਦੀ ਰੂਹ ਹੈ ਜਿਹਨੂੰ ਮੈਂ ਰੋਜ਼ ਕਹਿੰਦਾ ਸੀ ਸਤਸੰਗ 'ਚ ਆਇਆ ਕਰ, ਤੇ ਅੱਗੋਂ ਕਹਿ ਦਿਆ ਕਰੇ ਬਾਬਾ ਅਸੀਂ ਵਿਹਲੇ ਨਹੀਂ ਹੈਗੇ, ਜਵਾਕ ਪਾਲਨੇ ਆ। ਕਈ ਵਾਰੀ ਤਾਂ ਕਬੀਰ ਸਾਹਿਬ ਨੂੰ ਵੇਖ ਕੇ ਲੁਕ ਜਿਆ ਕਰੇ, ਤੇ ਕਈ ਵਾਰੀ ਨੌਕਰ ਨੂੰ ਕਹਿ ਦਿਆ ਕਰੇ ਯਾਰ ਸਾਧ ਨੂੰ ਤੋਰ, ਬੜਾ ਤੰਗ ਕੀਤਾ। ਪਰ ਅੱਜ ਜਦੋਂ ਗੱਡੇ ਦੇ ਖਿੱਚਦਾ ਹੋਇਆ ਡਿੱਗ ਪਿਆ, ਬਲਦ ਦੀ ਜੂਨ ਵਿੱਚ ਧੌਣ ਟੁੱਟ ਗਈ, ਕਬੀਰ ਸਾਹਿਬ ਨੂੰ ਫਿਰ ਤਰਸ ਆਇਆ, ਦਇਆ ਆਈ, ਉਹਦੇ ਕੋਲ ਜਾ ਕੇ ਬੈਠ ਗਏ। ਕਹਿੰਦੇ ਮੈਂ 2 ਗੱਲਾਂ ਕਰ ਲਵਾਂ ਇਹਦੇ ਨਾਲ। ਫਿਰ ਉਸ ਬਲਦ ਨੂੰ ਸੰਬੋਧਨ ਕਰਕੇ, ਬਲਦ ਵਿੱਚ ਬੈਠੀ ਰੂਹ ਨੂੰ ਸੰਬੋਧਨ ਕਰਕੇ ਕੀ ਕਹਿੰਦੇ ਆ, 4 ਪੈਰ 2 ਸਿੰਘ ਗੁੰਗ ਮੁਖ ਤਵ ਕੈਸੇ ਗੁਣ ਗਈ ਹੈ। ਜਦੋਂ 4 ਪੈਰ ਹੋਏ, ਮੂੰਹ ਗੂੰਗਾ ਹੋਇਆ, ਸਿਰ ਤੇ ਸਿੰਘ ਉਗਰ ਆਏ, ਮਨੁੱਖ ਨੂੰ ਸਮਝਾਉਂਦੇ ਹਨ ਭਲਿਆ ਮਾਨਸਾ ਉਦੋਂ ਕਿਵੇਂ ਨਾਮ ਜਪੇਗਾ। 4 ਪੈਰ 2 ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਊਠਤ ਬੈਠਤ ਠੇਗਾ ਪਰ ਹੈ ਤਬ ਕਤ ਮੂੰਡ ਲੁਕਈ ਹੈ। ਉਦੋਂ ਸਾਨੂੰ ਵੇਖ ਕੇ ਲੁਕਣ ਲੱਗ ਗਿਆ, ਅਸੀਂ ਦੁਕਾਨ 'ਤੇ ਬੈਠਾ ਬੈਠਾ ਉਹ ਆ ਗਿਆ ਭਗਤ, ਇਹਨੇ ਫੇਰ ਅੱਜ ਕਹਿਣਾ ਸੇਠ ਜੀ ਤੁਸੀਂ ਆਏ ਨਹੀਂ ਸਤਸੰਗ 'ਚ। ਕਿਉਂਕਿ ਭਗਤਾਂ ਦਾ ਕੰਮ ਹੀ ਹੈ ਪਰਮੇਸ਼ਰ ਨਾਲ ਜੋੜਨਾ, ਇਸੇ ਵਾਸਤੇ ਦੁਨੀਆ ਵਿੱਚ ਆਏ ਆ। ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰੇ ਦੱਸਣ ਵਾਸਤੇ ਹੀ ਆਏ ਆ। ਕਹਿੰਦੀ ਉਦੋਂ ਤੋਂ ਸਾਨੂੰ ਵੇਖ ਕੇ ਲੁਕ ਜਾਂਦਾ ਸੀ, ਹੁਣ ਕਿੱਥੇ ਲੁਕੇਗਾ। ਊਠਤ ਬੈਠਤ ਠੇਗਾ ਪਰ ਹੈ ਤਬ ਕਤ ਮੂਡ ਲੁਕਈ ਹੈ। ਹੁਣ ਕਿੱਥੇ ਲੁਕੇਗਾ, ਆਪਣਾ ਮੂੰਹ ਕਿੱਥੇ ਲੁਕਾਵੇਂਗਾ। ਹੁਣ ਤੈਨੂੰ ਗੱਡੇ ਦੇ ਵਿੱਚ ਜੋੜਿਆ ਜਾਂਦਾ ਹੈ, ਭਾਰ ਖਿਚਾਇਆ ਜਾਂਦਾ ਹੈ। ਤੇਰੀ ਵੀ ਇੱਛਾ ਸੀਗੀ ਕਿ ਮੈਂ ਸੌਦਾ ਲਿਆਇਆ ਕਰਾਂ ਜਵਾਕਾਂ ਨੂੰ ਪਾਲਣ ਵਾਸਤੇ, ਤੇ ਮਰਦਾ ਮਰਦਾ ਵੀ ਕਹਿੰਦਾ ਹੁਣ ਸੌਦਾ ਕੌਣ ਲਿਆ ਕੇ ਦਿਓ, ਮੈਂ ਤਾਂ ਮਰ ਗਿਆ। ਢੋ ਹੁਣ ਸੌਦਾ। ਕਬੀਰ ਸਾਹਿਬ ਜੀ ਕਹਿੰਦੇ ਤਬ ਕਤ ਮੂਡ ਲੁਕਈ ਹੈ, ਹਰ ਬਿਨ ਬੈਲ ਬਿਰਾਨੇ ਹੋਈ ਹੈ। ਇਹ ਨਾਮ ਨਾ ਜਪਣ ਕਰਕੇ, ਸੱਚ ਨਾਲ ਨਾ ਜੁੜਨ ਕਰਕੇ, ਸਤਸੰਗ ਨਾ ਕਰਨ ਕਰਕੇ ਤੇਰੀ ਆ ਹਾਲਤ ਹੋਈ ਹੈ। ਤੂੰ ਬੰਦੇ ਤੋਂ ਬਲਦ ਬਣ ਗਿਆ। ਕਿੱਥੇ ਤੂੰ ਬੰਦਾ ਸੀਗਾ ਔਰ ਅੱਜ ਬਲਦ ਬਣ ਗਿਆ ਹੈ। ਹਰ ਬਿਨ ਬੈਲ ਬਿਰਾਨੇ ਨਿਖਸਮਾ, ਜਿਹਦਾ ਕੋਈ ਖਸਮ ਨਹੀਂ ਹੈ। ਹਰ ਬਿਨ ਬੈਲ ਬਿਰਾਨੇ ਹੋਈ ਹੈ। ਜੇ ਕੋਈ ਗੁਆਂਢੀ ਮੰਗ ਕੇ ਲੈ ਗਿਆ ਉਹਨੂੰ ਫੜਾਤਾ, ਉਹਨੂੰ ਵੀ ਕੋਈ ਉਸ 'ਤੇ ਦਰਦ ਨਹੀਂ, ਜਿੰਨਾ ਮਰਜ਼ੀ ਭਾਰ ਲੱਦ ਕੇ ਢੋਈ ਜਾਵੇ। ਇਸ ਤਰ੍ਹਾਂ ਉਹਦੀ ਭੁੱਖ ਪਿਆਸ ਦੀ ਪਰਵਾਹ ਕੀਤੇ ਬਿਨਾਂ ਉਹ ਤੋਂ ਵੱਧ ਕੰਮ ਲੈਣਾ ਕਰਦੇ ਆ। ਕਈ ਵਾਰੀ ਮੰਗਵਾ ਲੈ ਜਾਂਦੇ। ਅੱਜ ਕੱਲ੍ਹ ਤਾਂ ਚਲੋ ਗੱਡੀਆਂ, ਪਹਿਲਾਂ ਲੋਕ ਜਾਂ ਵਾਹੀ ਕਰਦੇ ਸੀ, ਇੱਕ ਘਰ ਦੇ ਵਿੱਚ ਇੱਕ ਬਲਦ ਹੁੰਦਾ, ਦੂਜੇ ਕੋਲੇ ਦੂਜਾ ਹੁੰਦਾ, ਤੇ 2 ਬਲਦਾਂ ਬਿਨਾਂ ਵਾਹੀ ਨਹੀਂ ਹੁੰਦੀ, ਤੇ ਇੱਕ ਦੂਜੇ ਦਾ ਮੰਗਵਾ ਲੈ ਜਾਂਦੇ। ਫਿਰ ਕੋਸ਼ਿਸ਼ ਕਰਦੇ ਬਈ ਮੰਗਵਾ ਲਿਆਂਦਾ, ਵੱਧ ਤੋਂ ਵੱਧ ਲਾਹਾ ਲੈ ਲਓ। ਕੋਈ ਸਤਨਾਮ ਨਿਖਸਮਾ ਹੀ ਹੋ ਗਿਆ ਨਾ। ਖਸਮ ਤਾਂ ਕਦਰ ਕਰਦਾ ਹਜੇ। ਜਿਹੜਾ ਕੋਈ ਤੁਹਾਡਾ ਸਾਈਕਲ ਵੀ ਮੰਗ ਕੇ ਲੈ ਜੇ ਨਾ, ਵੀ ਯਾਰ ਮੈਂ ਥੋੜ੍ਹੀ ਉੱਥੋਂ ਸਮਾਨ ਚੱਕ ਕੇ ਲਿਆਉਣਾ, ਤੇ ਉਹ ਵੀ ਓਵਰਲੋਡ ਲੱਦ ਕੇ ਲਿਜਾਊਗਾ, ਕਿਹੜਾ ਆਪਦਾ। ਹਰ ਬਿਨ ਬੈਲ ਬਿਰਾਨੇ ਹੋਈ ਹੈ। ਕੋਈ ਪਰਵਾਹ ਨਹੀਂ ਹੈ ਭੁੱਖ ਪਿਆਸ ਦੀ ਤੇਰੀ, ਤੇਰਾ ਕੋਈ ਖਸਮ ਨਹੀਂ ਹੈ। ਹੁਣ ਮਾਲਕ ਨਹੀਂ ਹੈ। ਜੇ ਤੂੰ ਗੁਰੂ ਵਾਲਾ ਬਣਦਾ, ਮਾਲਕ ਦੇ ਲੜ ਲੱਗਦਾ, ਤਾਂ ਤੇਰਾ ਭਲਾ ਹੋ ਜਾਂਦਾ। ਫਾਟੇ ਨਾਕਣ ਟੂਟੇ ਕਾਂਦਣ, ਨੱਕ ਪਾੜ ਦਿੱਤਾ ਹੈ। ਭਾਵ
ਨੱਕ ਦੇ ਵਿੱਚ ਨਕੇਲ ਪਾਈ ਹੈ, ਨੱਥ ਮਾਰੀ ਹੈ, ਔਰ ਪੰਜਾਲੀ ਨਾਲ ਗੱਡੇ ਦੇ ਜੂਲੇ ਨਾਲ ਮੋਢੇ ਟੁੱਟ ਚੁੱਕੇ ਆ। ਭਾਵ ਧੌਣ ਦੇ ਉੱਤੇ ਗੱਡੇ ਦਾ ਜੂਲਾ ਰੱਖਦੇ ਆ, ਜਿਸ ਨੇ ਤੇਰੇ ਮੋਢੇ ਵੀ ਤੋੜ ਦਿੱਤੇ ਹਨ। ਔਰ ਅੱਜ ਤਾਂ ਹੈਰਾਨ ਹੋ ਗਏ ਜਦੋਂ ਜੂਲਾ ਜ਼ੋਰ ਦੀ ਵੱਜਿਆ, ਬਲਦ ਨੂੰ ਠੇਡਾ ਵੱਜਿਆ, ਡਿੱਗ ਪਿਆ ਤੇ ਉੱਤੋਂ ਗੱਡਾ ਜ਼ੋਰ ਦੀ ਡਿੱਗਿਆ ਤੇ ਧੌਣ ਟੁੱਟ ਗਈ। ਕਬੀਰ ਸਾਹਿਬ ਜੀ ਕਹਿੰਦੇ ਫਾਟੇ ਨਾਕਣ ਟੂਟੇ ਕਾਦਨ ਕੋ ਦੋ ਕੋ ਭੁੱਸ ਖਈ ਹੈ। ਔਰ ਮਾਲਕ ਤੈਨੂੰ ਟੋਕਰਾ ਦੋ ਟੋਕਰੇ ਤੂੜੀ ਪਾ ਦਿੰਦਾ ਹੈ ਖਾਣ ਵਾਸਤੇ, ਤੇ ਸਾਰਾ ਦਿਨ ਉਹਦਾ ਭਾਰ ਢੋਣਾ ਹੈ। ਤੇ ਜਦੋਂ ਤੂੰ ਬੁੱਢਾ ਹੋ ਗਿਆ ਤੈਨੂੰ ਛੱਡ ਦੇਣਾ ਉਸਨੇ, ਵੀ ਹੁਣ ਇਹ ਤੋਂ ਕੰਮ ਨਹੀਂ ਹੁੰਦਾ, ਹੁਣ ਆਪੇ ਖਾ ਲਿਆ ਕਰ। ਜੰਗਲਾਂ ਵੀ ਛੱਡ ਦਿੱਤਾ। ਉੱਥੇ ਫਿਰ ਭੁੱਖਾ ਮਰਦਾ ਹੈ, ਢਿੱਡ ਭਰਿਆ ਨਹੀਂ ਜਾਂਦਾ। ਕਬੀਰ ਸਾਹਿਬ ਜੀ ਕਹਿੰਦੇ ਸਾਰੋ ਦਿਨ ਡੋਲਤ ਬਨ ਮਹੀਆ ਅਜੋ ਨ ਪੇਟ ਅਗਈ ਹੈ। ਸਾਰਾ ਦਿਨ ਫਿਰ ਢਿੱਡ ਭਰਨ ਵਾਸਤੇ ਜੰਗਲਾਂ ਵਿੱਚ ਭਟਕਦਾ ਰਹਿੰਦਾ। ਹੁਣ ਤੁਹਾਨੂੰ ਪਤਾ ਵੀ ਇੱਕ ਤਾਂ ਪਸ਼ੂ ਨੂੰ ਪਾਉਣਾ ਟੋਕਰਾ ਭਰ ਕੇ ਆਪਾਂ ਹਰੇ ਦਾ, ਉਹਨੇ ਮੂੰਹ ਭਰ ਭਰ ਕੇ ਖਾ ਲੈਣਾ। ਇੱਕ ਉਹ ਪਸ਼ੂ ਜਿਹੜੇ ਹੁਣ ਆਪਦੇ ਮੂੰਹ ਨਾਲ ਪੱਟ ਕੇ ਖਾਂਦੇ ਆ, ਤੇ ਮੂੰਹ ਨਾਲ ਪੱਟ ਕੇ ਫਿਰ ਕਿੰਨਾ ਖਾਣਗੇ। ਤਾਂ ਉਹ ਗੱਲ ਹੋਈ ਜਿਵੇਂ ਉੱਠਦੇ ਮੂੰਹ ਵਿੱਚ ਕੋਈ ਜੀਰਾ ਪਾਵੇ, ਭਾਵ ਉਹਨਾਂ ਤੋਂ ਬਹੁਤਾ ਪੱਟਿਆ ਨਹੀਂ ਜਾਂਦਾ, ਤੇ ਸਾਰਾ ਸਾਰਾ ਦਿਨ ਫਿਰਦਿਆਂ ਵੀ ਉਹ ਰੱਜਦੇ ਨਹੀਂ, ਢਿੱਡ ਉਹਨਾਂ ਦਾ ਖਾਲੀ ਰਹਿੰਦਾ। ਇਸ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਸਾਰੋ ਦਿਨ ਡੋਲਤ ਬਨ ਮਹੀਆ ਅਜੋ ਨ ਪੇਟ ਅਕਈ ਹੈ। ਤੂੰ ਰੱਜੇਗਾ ਨਹੀਂ, ਤੇਰੀ ਉਹੀ ਹਾਲਤ ਹੈ ਮਨੁੱਖਾ ਜਨਮ ਵਿੱਚ ਵੀ ਤੂੰ ਰੱਜਿਆ ਨਹੀਂ ਕੰਮ ਕਰ ਕਰਕੇ। ਮਰਦਾ ਮਰਦਾ ਵੀ ਕਹਿੰਦਾ ਹਾਏ ਮੈਂ ਮਰ ਗਿਆ, ਜਵਾਕਾਂ ਨੂੰ ਸੌਦਾ ਕੌਣ ਲਿਆ ਕੇ ਦੇਉ, ਤੇ ਰੱਬ ਨੇ ਬਲਦ ਬਣਾਤਾ। ਕਹਿੰਦੇ ਬਲਦ ਬਣ ਕੇ ਢੋਲਾ। ਕਈ ਵਾਰੀ ਕਿਸੇ ਮਨੁੱਖ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੋਵੇ ਬੱਚਿਆਂ ਨੂੰ ਪਾਲਣ ਵਾਸਤੇ, ਤੇ ਕਈ ਵਾਰੀ ਬੱਚੇ ਮਾਂ ਪਿਓ ਦਾ ਖਿਆਲ ਨਾ ਕਰਨ, ਤੇ ਸਿਆਣੇ ਬੰਦੇ ਕਹਿੰਦੇ ਓਏ ਤੇਰੇ ਪਿਓ ਨੇ ਕਾਲੇ ਬਲਦ ਵਾਂਗੂ ਕਮਾਇਆ, ਰਾਠੇ ਬਲਦ ਵਾਂਗੂ, ਖਿਆਲ ਕਰਿਆ ਕਰ, ਬਹੁਤ ਜ਼ੋਰ ਲੱਗਿਆ ਤੇਰੇ ਪਿਓ ਦਾ ਤੈਨੂੰ ਪਾਲਣ ਤੇ ਕਮਾਈ ਕਰਨ ਤੇ। ਤੂੰ ਇਸ ਤਰ੍ਹਾਂ ਬੰਦਾ ਵੀ ਕਈ ਕਾਲੇ ਬਲਦ ਵਾਂਗੂ ਕਮਾਉਂਦਾ ਹੈ, ਪਰ ਰੱਬ ਨਾਲ ਨਹੀਂ ਜੁੜਦਾ ਗਾ। ਇੱਧਰ ਵੀ ਥੋੜ੍ਹਾ ਸਮਾਂ ਕੱਢਣਾ ਚਾਹੀਦਾ। 24 ਘੰਟਿਆਂ 'ਚੋਂ 2.5 ਘੰਟੇ 10 ਮਣ ਸੌਂਦ ਬਣਦਾ ਹੈ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਇਸ ਤਰ੍ਹਾਂ ਜਨ ਭਗਤਨ ਕੋ ਕਹਿਓ ਨਾ ਮਾਨੈ ਮਣਾ, ਤੇਰਾ ਐਸਾ ਹਾਲ ਹੋਇਆ ਕਿਉਂ ਹੈ। ਮਨ ਮੁਖ ਭੂਲਾ ਠੌਰ ਨ ਪਾਏ, ਜਮਦਰ ਬੱਧਾ ਚੋਟਾਂ ਖਾਏ। ਬਿਨ ਨਾਵੈ ਕੋ ਸੰਗ ਨ ਸਾਥੀ, ਮੁਕਤੇ ਨਾਮ ਧਿਆਵਣਿਆ। ਪਰਮੇਸ਼ਰ ਦੇ ਨਾਮ ਨਾਲ ਨਾ ਜੁੜਨ ਕਰਕੇ ਤੇਰੀ ਐਸੀ ਹਾਲਤ ਹੋਈ ਹੈ। ਜਨ ਭਗਤਨ ਕੋ ਕਹਿਓ ਨਾ ਮਾਨੈ, ਤੂੰ ਰੱਬ ਦੇ ਪਿਆਰਿਆਂ ਦੀ ਗੱਲ ਨਹੀਂ ਸੁਣੀ, ਗੱਲ ਨਹੀਂ ਮੰਨੀ, ਕਿ ਉਹ ਆਪਣੋ ਪਈ ਹੈ, ਆਪਣੀ ਮਨ ਮਰਜ਼ੀ ਕਰਦਾ ਸੀਗਾ। ਕਬੀਰ ਸਾਹਿਬ ਜੀ ਦੀ ਇਹ ਉਦਾਹਰਨ ਹੈ। ਉਸ ਬਲਦ ਕੋਲ ਬੈਠ ਕਰਕੇ ਉੱਥੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਆ ਕਾਸ਼ੀ ਦੇ ਵਿੱਚ ਕਬੀਰ ਸਾਹਿਬ ਜੀ। ਜਦੋਂ ਇਹ ਘਟਨਾ ਘਟੀ ਹੈ ਤਾਂ ਬੰਦੇ ਨੂੰ ਵੀ ਸਮਝਾਉਂਦੇ ਆ। ਅਸਲ ਵਿੱਚ ਤਾਂ ਬਾਣੀ ਵਿੱਚ 84 ਲੱਖ ਜੂਨਾਂ ਦੇ ਨਾਮ ਲਿਖੇ ਗਏ ਆ, ਕਿਤੇ ਬੰਬੀਹੇ ਦਾ, ਕਿਤੇ ਬਲਦ ਦਾ, ਕਿਤੇ ਮੱਛੀ ਦਾ, ਕਿਤੇ ਹਾਥੀ ਦਾ, ਕਿਤੇ ਕੀੜਿਆਂ ਮਕੌੜਿਆਂ ਦਾ, ਪਰ ਸਮਝਾਇਆ ਬੰਦੇ ਨੂੰ ਗਿਆ ਵੀ ਤੇਰੀ ਹਾਲਤ ਆਹ ਹੋਣੀ ਹੈ ਜਿਹੜੀ ਹੁਣ ਇਹਨਾਂ ਦੀ ਹੈ। ਪ੍ਰੀਤਮ ਜੀ ਕਹਿੰਦੇ ਕਿ ਉਹ ਆਪਣੋਂ ਪਈ ਹੈ, ਉਦੋਂ ਮਨ ਮਰਜ਼ੀ ਕਰਦਾ ਸੀਗਾ, ਤੇ ਹੁਣ ਭੋਗ ਬਿਨ ਨਾਵੈ ਕੋ ਸੰਗ ਨ ਸਾਥੀ, ਮੁਕਤੇ ਨਾਮ ਧਿਆਵਣਿਆ। ਜੇ ਤੂੰ ਨਾਮ ਜਪਿਆ ਫਿਰ ਤਾਂ ਤੈਨੂੰ ਉਹ ਬਚਾ ਲਵੇਗਾ, ਨਹੀਂ ਤਾਂ ਫਿਰ ਸਾਕਤ ਕੂੜੇ ਸੱਚ ਨ ਭਾਵੈ। ਮਨਮੁਖਾਂ ਨੂੰ ਗੁਰੂ ਦੀ ਗੱਲ ਚੰਗੀ ਲੱਗਦੀ ਹੈ, ਕਿਤੇ ਨਹੀਂ ਚੰਗੀ ਲੱਗਦੀ। ਜਿਹੜਾ ਮਨ ਮਰਜ਼ੀ ਕਰਦਾ ਹੈ, ਮਨਮੁਖਤਾ ਕਰਦਾ ਹੈ, ਉਹਨਾਂ ਨੂੰ ਗੁਰੂ ਦੀ ਗੱਲ ਚੰਗੀ ਨਹੀਂ ਲੱਗਦੀ। ਸਾਕਤ ਕੂੜੇ ਸੱਚ ਨ ਭਾਵੈ, ਦੁਬਦਾ ਵਾਧਾ ਆਵੇ ਜਾਵੇ, ਤੇ ਫਿਰ ਦੁਬਦਾ ਵਿੱਚ ਫਸਿਆ, ਇਹ ਕਰਾਂ ਕਿ ਨਾ ਕਰਾਂ, ਕਰਾਂ ਕਿ ਨਾ ਕਰਾਂ, ਬਸ ਇਸੇ ਚੱਕਰ 'ਚ ਹੀ ਪਿਆ ਰਹਿੰਦਾ। ਕਬੀਰ ਸਾਹਿਬ ਜੀ ਕਹਿ ਰਹੇ ਸੀ ਉਸ ਬਲਦ ਕੋਲ ਖੜ ਕੇ, ਜਨ ਭਗਤਨ ਕੋ ਕਹਿਓ ਨਾ ਮਾਨੋ, ਕਿ ਉਹ ਆਪਣੋ ਪਈ ਹੈ। ਜਿਹੜਾ ਇੱਕ ਸੇਠ ਸੀ ਕਿਸੇ ਵੇਲੇ,
ਪਰ ਬੱਚਿਆਂ ਦੇ ਮੋਹ ਵਿੱਚ ਕਹਿੰਦਾ ਹਾਏ ਸੌਦਾ ਕੌਣ ਢੋਊਗਾ, ਤੇ ਰੱਬ ਨੇ ਉਸ ਰੂਹ ਨੂੰ ਚੱਕ ਕੇ ਉਹਨਾਂ ਦੇ ਘਰੇ ਹੀ ਗਾਂ ਦਾ ਬੱਚਾ ਪੈਦਾ ਕਰ ਦਿੱਤਾ। ਜਵਾਕਾਂ ਨੇ ਉਸ ਬੱਚੇ ਨੂੰ ਪਾਲਿਆ, ਬਲਦ ਬਣਾਇਆ, ਗੱਡਾ ਲਿਆਂਦਾ, ਤੇ ਹੁਣ ਗੱਡੇ ਤੇ ਭਾਰ ਢੋਂਦੇ ਹੋਏ ਅੱਜ ਉਹ ਬਲਦ ਦੁਬਾਰਾ ਬੁੱਢਾ ਹੋ ਗਿਆ, ਤੇ ਬੁੱਢੇ ਹੋਏ ਬਲਦ ਦੀ ਧੌਣ ਟੁੱਟ ਗਈ ਜ਼ਿਆਦਾ ਵਜਨ ਕਰਕੇ, ਤੇ ਡਿੱਗਿਆ ਪਿਆ। ਤੇ ਕਬੀਰ ਸਾਹਿਬ ਜੀ ਉਸ ਨੂੰ ਪੁੱਛਦੇ ਆ, ਦੁੱਖ ਸੋ ਕਰਤ ਮਹਾ ਭਰਮ ਬੁੱਢੋ, ਅਣਕ ਜੋਨ ਭਰਮਈ ਹੈ। ਫਿਰ ਇੱਥੇ ਖਹਿੜਾ ਨਹੀਂ ਛੁੱਟਦਾ, ਬਲਦ ਦੀ ਜੂਨ ਤੋਂ ਬਾਅਦ ਅਗਲੀ ਜੂਨ ਫਿਰ ਕੁੱਤਿਆਂ ਦੇ ਲਈ ਆਉਂਦੀ ਹੈ, ਬੰਦਾ ਉੱਧਰ ਵੀ ਜਾਂਦਾ ਹੈ। ਇਸ ਤਰ੍ਹਾਂ ਅਨੇਕਾਂ ਜੂਨਾਂ ਵਿੱਚ ਭਰਮਦਾ ਹੈ। ਰਤਨ ਜਨਮ ਖੋਇਓ ਪ੍ਰਭ ਵਿਸਰਿਓ, ਮਨੁੱਖਾ ਜੀਵਨ ਮਿਲਿਆ ਸੀ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਰੱਬ ਨੂੰ ਮਿਲਣ ਵਾਸਤੇ ਮਾਨਸ ਜਾਮਾ ਮਿਲਿਆ ਸੀਗਾ, ਪਰ ਮਨੁੱਖ ਨੇ ਉਹਦੀ ਕਦਰ ਨਹੀਂ ਕੀਤੀ। ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮੈ ਕੌਡੀ ਬਦਲੇ ਜਾਏ। ਨਾਮ ਨ ਜਾਣਿਆ ਰਾਮ ਕਾ ਮੂੜੇ, ਫਿਰ ਪਾਛੈ ਪਛਤਾਹੇ ਰੇ। ਅਖੀਰ ਕਹਿੰਦੇ ਕਬੀਰ ਸਾਹਿਬ ਨੇ ਉਸ ਬਲਦ ਕੋਲ ਇਹ ਖੜ ਕੇ ਬਚਨ ਉਚਾਰੇ, ਰਤਨ ਜਨਮ ਖੋਇਓ ਭਰਾ ਬਿਸਰਿਓ, ਇਹ ਅਵਸਰ ਕੱਤ ਪਈ ਹੈ, ਆਹ ਸਮਾਂ ਫੇਰ ਕਿਤੇ ਮਿਲਣਾ ਤੈਨੂੰ। ਜਦੋਂ ਮਨੁੱਖਾ ਜਨਮ ਸੀ, ਜਦੋਂ ਕਬੀਰ ਸਾਹਿਬ ਉਹ ਸੇਠ ਨੂੰ ਰੋਜ਼ ਕਹਿੰਦੇ ਸੀ ਦੁਕਾਨ 'ਤੇ ਖੜ ਕੇ, ਸੇਠ ਜੀ ਕਦੇ ਕਦੇ ਸਤਸੰਗ 'ਚ ਆ ਜਿਆ ਕਰੋ, ਪਰ ਉਹਨੇ ਅੱਗੋਂ ਕਹਿਣਾ ਅਸੀਂ ਜਵਾਕ ਪਾਲਨੇ ਆ, ਤੁਸੀਂ ਤਾਂ ਵਿਹਲੇ ਹੋ, ਅਸੀਂ ਦੁਕਾਨ ਵੀ ਚਲਾਉਣੀ ਆ, ਅਸੀਂ ਵਿਹਲੇ ਨਹੀਂ ਹੈਗੇ। ਪਰ ਇੱਕ ਦਿਨ ਤਾਂ ਰੱਬ ਬੰਦੇ ਨੂੰ ਵਿਹਲਾ ਕਰ ਹੀ ਦਿੰਦਾ ਨਾ। ਉਦੋਂ ਵੀ ਬੰਦਾ ਵਿਹਲਾ ਨਹੀਂ ਹੁੰਦਾ, ਮਰਦਾ ਮਰਦਾ ਵੀ ਕਹਿੰਦਾ ਹਾਏ ਮੈਂ ਮਰ ਗਿਆ, ਮੈਂ ਤਾਂ ਬੱਚੇ ਪਾਲਨੇ ਸੀ। ਰੱਬ ਕਹਿੰਦਾ ਸੂਰ ਬਣ ਜਾ। ਹਾਏ ਮੈਂ ਤਾਂ ਸੌਦਾ ਲਿਆਉਣਾ ਸੀ ਦੁਕਾਨਦਾਰੀ ਦਾ, ਹੁਣ ਕੌਣ ਲਿਆ ਕੇ ਦਿਓ, ਜਵਾਕ ਨਿਆਣੇ ਆ। ਕਹਿੰਦੇ ਫਿਰ ਤੈਨੂੰ ਬਲਦ ਬਣਾ ਦਿੰਦੇ ਆ। ਮੈਂ ਮਰ ਗਿਆ, ਹਾਏ ਮੇਰੀ ਕੋਠੀ ਦਾ ਕੀ ਬਣੂਗਾ। ਇਸੇ ਕੋਠੀ 'ਚ ਰਹਿਣਾ, ਭੂਤ ਪ੍ਰੇਤ ਬਣ ਕੇ ਤੁਰਿਆ ਫਿਰ। ਮਨੁੱਖਾ ਜੀਵਨ ਤਾਂ ਨਾਮ ਜਪਣ ਨੂੰ ਮਿਲਿਆ ਸੀਗਾ। ਜਾਂ ਮਰਦਾ ਹੋਇਆ ਅਗਿਆਨਤਾ ਬਸ ਕਹਿੰਦਾ ਹਾਏ ਮੈਂ ਮਰ ਗਿਆ, ਮੇਰੀ ਘਰਵਾਲੀ ਦਾ ਕੀ ਬਣੂ। ਅੰਤ ਕਾਲ ਜੇ ਇਸਤਰੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਬੇਸਵਾ ਜੋਨ ਬਲ ਬਲ ਉਤਰੇ। ਤਾਂ ਕਬੀਰ ਭਗਤ ਜੀ ਉਸ ਬਲਦ ਕੋਲ ਬੈਠ ਕਰਕੇ, ਉਸ ਬਲਦ ਨੂੰ ਸੰਬੋਧਨ ਕਰਕੇ ਬੰਦਿਆਂ ਨੂੰ ਕਹਿੰਦੇ ਆ, ਆਪਾਂ ਨੂੰ ਕਹਿੰਦੇ ਆ, ਜਿਹੜੀ ਭੀੜ ਉੱਥੇ ਇਕੱਠੀ ਹੋਈ ਆ। ਕਬੀਰ ਸਾਹਿਬ ਜੀ ਕਹਿੰਦੇ ਇਹ ਅਵਸਰ ਕੱਤ ਪਈ ਹੈ, ਇਹ ਸਮਾਂ ਮਨੁੱਖਾ ਜੀਵਨ ਦਾ ਸਮਾਂ ਤੈਨੂੰ ਫੇਰ ਕਿੱਥੇ ਮਿਲਣਾ ਭਲਿਆ। ਭਰਮਤ ਫਿਰਤ ਤੇਲ ਕੇ ਕੱਪ ਜਿਉਂ, ਕੱਪ ਵੀ ਬਲਦ ਨੂੰ ਕਹਿੰਦੇ ਆ। ਤੇਲੀ ਦਾ ਬਲਦ ਤੁਸੀਂ ਵੇਖਿਆ ਹੋਣਾ ਹੈ, ਪਹਿਲਾਂ ਕੋਹਲੂ ਦੇ ਬਲਦ ਜੋੜੇ ਜਾਂਦੇ ਸੀ, ਤੇ ਕੋਹਲੂ ਦਾ ਚੱਕਰ ਮੁੱਕਦਾ ਹੀ ਨਹੀਂਗਾ, ਭਾਵੇਂ 100 ਸਾਲ ਲੱਗਿਆ ਰਹੇ ਬਲਦ। ਬਲਦ ਦੀਆਂ ਅੱਖਾਂ 'ਤੇ ਖੋਪੇ ਚੜਾ ਦਿੰਦੇ ਆ, ਅੱਖਾਂ ਨੂੰ ਵੇਖਣਾ ਬੰਦ ਕਰ ਦਿੰਦੇ ਆ, ਜੋੜ ਦਿੰਦੇ ਆ, ਚੱਲ ਵੀ ਤੁਰਿਆ ਚੱਲ। ਬੰਦੇ ਦਾ ਇਹ ਹਾਲ ਹੈ, ਸਾਰੀ ਜ਼ਿੰਦਗੀ ਕੋਹਲੂ ਦੇ ਬੈਲ ਵਾਂਗੂ ਭੱਜ ਦੌੜ ਕਰਦਾ ਹੋਇਆ ਲੰਘਾ ਦਿੰਦਾ, ਪਰ ਟਿਕ ਕੇ ਕਦੇ ਰੱਬ ਦਾ ਨਾਮ ਨਹੀਂ ਜਪਦਾ। ਭਰਮਤ ਫਿਰਤ ਤੇਲ ਕੇ ਕੱਪ ਜਿਉ, ਗਤ ਬਿਨ ਰਹਿਣ ਬਿਹਈ ਹੈ। ਗਤ ਬਿਨ ਪਰਮੇਸ਼ਰ ਨਾਲ ਮਿਲੇ ਤੋਂ ਬਗੈਰ ਹੀ ਪੈਂਡਾ ਮੁਕਾਇਆ ਨਹੀਂਗਾ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਗਤ ਬਿਨ ਗਤ ਗਤੀ ਚੱਲਣਾ, ਤੇ ਚੱਲਦਾ ਹੀ ਆ ਰਿਹਾ ਅਰਬਾਂ ਖਰਬਾਂ ਸਾਲਾਂ ਤੋਂ, ਟੇਢੀਆਂ ਜੂਨਾਂ ਦੇ ਵਿੱਚੋਂ ਦੀ ਲੰਘਦਾ ਹੋਇਆ। ਪਰਮੇਸ਼ਰ ਨੇ ਦਇਆ ਕੀਤੀ, ਸਾਨੂੰ ਮਨੁੱਖ ਬਣਾਇਆ ਵੀ ਚੱਲ ਹੁਣ ਤੂੰ ਨਾਮ ਜਪ ਲਾ। ਭਾਵੇਂ ਕਿ ਅਸੀਂ ਪੇਟ ਪਾਲਣ ਵਾਸਤੇ ਕਿਰਤ ਕਰਦੇ ਹਾਂ, ਬਾਬੇ ਨੇ ਕਿਹਾ ਕਿਰਤ ਵੀ ਕਰੋ, ਨਾਮ ਵੀ ਜਪੋ, ਵੰਡ ਛਕੋ, ਇਹਦੇ ਨਾਲ ਮਨੁੱਖਾ ਜੀਵਨ ਸਫਲਾ ਕਰਕੇ ਆਪਦੇ ਘਰੇ ਵੀ ਜਾਓ। ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੋਖੀ ਹਰ ਆਪ ਨਿਵਾਰੇ, ਅਪਦਾ ਭਈ ਬਤੀਤ। ਜਦ ਉਹ ਸੇਠ ਬਲਦ ਦੀ ਜੂਨੀ ਵਿੱਚ ਪਿਆ ਹੋਇਆ ਅੱਜ ਡਿੱਗ ਪਿਆ, ਗੱਡਾ ਉਹਦੀ ਧੌਣ 'ਤੇ ਵੱਜਿਆ, ਧੌਣ ਟੁੱਟ ਗਈ, ਤੇ ਕੁਦਰਤੀ ਕਬੀਰ ਸਾਹਿਬ ਜੀ ਫਿਰ ਉੱਥੇ ਪਹੁੰਚ ਕੇ ਸ਼ਬਦ ਉਚਾਰਦੇ ਨੇ, ਚਾਰ ਪੈਰ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਜਦੋਂ ਆ ਬਲਦ ਵਰਗਾ ਬਣ ਗਿਆ ਉਦੋਂ ਗਾਏਗਾ। ਤੈਨੂੰ ਉਦੋਂ ਮੈਂ ਦੁਕਾਨ 'ਤੇ ਜਾਂਦਾ ਜਾਂਦਾ ਕਹਿੰਦਾ ਹੁੰਦਾ ਸੀ, ਸੇਠ ਜੀ ਕਦੇ ਸਤਸੰਗ 'ਚ ਆ ਜਿਆ ਕਰੋ, ਤੇ ਤੂੰ ਉਹਦਾ ਅੱਗੋਂ ਕੀ ਕਹਿੰਦਾ ਸੀਗਾ,
ਬਾਬਾ ਅਸੀਂ ਵਿਹਲੇ ਨਹੀਂ, ਤੁਸੀਂ ਤਾਂ ਵਿਹਲੇ ਹੋ, ਅਸੀਂ ਕੰਮ ਵੀ ਕਰਨੇ ਆ, ਜਵਾਕ ਪਾਲਨੇ ਆ ਅਸੀਂ। ਤੇ ਜਿਸ ਵੇਲੇ ਮੌਤ ਆਈ ਉਦਣ ਵੀ ਰੱਬ ਰੱਬ ਨਹੀਂ ਕੀਤਾ, ਰਾਮ ਰਾਮ ਨਹੀਂ ਕੀਤਾ। ਜੇ ਜਪਿਆ ਹੁੰਦਾ ਫਿਰ ਤਾਂ ਜਪ ਲੈਂਦਾ, ਯਾਦ ਕਰ ਲੈਂਦਾ, ਜੇ ਗੁਰੂ ਨੂੰ ਕਦੇ ਪੁੱਛਿਆ ਹੁੰਦਾ, ਪਰ ਗਿਆ ਹੀ ਨਹੀਂ ਸਤਸੰਗ 'ਚ। ਤੇ ਅਖੀਰ ਮਰਦਾ ਮਰਦਾ ਵੀ ਕਹਿੰਦਾ ਹਾਏ ਮੈਂ ਮਰ ਗਿਆ, ਹੁਣ ਜਵਾਕਾਂ ਨੂੰ ਸੌਦਾ ਕੌਣ ਲਿਆ ਕੇ ਦਿਓ। ਪਰਮੇਸ਼ਰ ਦੇ ਕੋਲੇ ਉਹਦੀ ਰੂਹ ਇਹ ਫੁਰਨਾ ਲੈ ਕੇ ਪਹੁੰਚੀ ਆ ਕਿ ਮੈਂ ਤਾਂ ਹਜੇ ਸੌਦਾ ਲਿਆਉਣਾ ਸੀ ਦੁਕਾਨ ਦਾ। ਪਰਮੇਸ਼ਰ ਕਹਿੰਦੇ ਸੌਦਾ ਲਿਆਉਣਾ ਤੇ ਬਲਦ ਬਣ ਜਾ। ਬਲਦ ਬਣ ਕੇ ਲਿਆ, ਫਿਰ ਤੇ ਉਹਨਾਂ ਦੇ ਘਰੇ ਹੀ ਬੱਚਾ ਬਣ ਕੇ ਜੰਮਿਆ। ਤੇ ਬੱਚਿਆਂ ਨੇ ਫਿਰ ਬਲਦ ਨੂੰ ਕਾਮਯਾਬ ਕਰਕੇ ਹਾਲੀ ਕੱਢ ਕੇ ਗੱਡੇ ਜੋੜ ਕੇ ਗੱਡਾ ਬਣਾ ਲਿਆ। ਤੇ ਅੱਜ ਗੱਡੇ ਨੂੰ ਖਿੱਚਦਿਆਂ ਹੋਇਆਂ ਧੌਣ ਟੁੱਟ ਗਈ। ਤੇ ਕਬੀਰ ਸਾਹਿਬ ਜੀ ਨੇ ਫਿਰ ਉੱਥੇ ਸ਼ਬਦ ਉਚਾਰਿਆ ਤੇ ਪੁੱਛਦੇ ਆ ਹੁਣ ਖਿੱਚ ਗੱਡਾ, ਹੁਣ ਢੋ ਭਾਰ ਲਿਆ ਸੌਦਾ, ਹੁਣ ਤੂੰ ਢੋਂਦਾ ਕਿਉਂ ਨਹੀਂ ਗਾ। ਭਰਮਤ ਫਿਰਤ ਤੇਲ ਕੇ ਕੱਪ ਜਿਉ ਗਤ ਬਿਨ ਰਹਿਣ ਬਿਹਈ ਹੈ। ਕਹਿਤ ਕਬੀਰ ਰਾਮ ਨਾਮ ਬਿਨ ਮੂੰਡ ਧੁਨੇ। ਸਿਰ ਮਾਰਦਾ ਬਲਦ, ਪਰ ਜਦ ਗੱਡਾ ਵੱਜੇ ਅਸੀਂ ਡਿੱਗਦੇ ਹੋਏ ਦੀ ਧੌਣ ਤੇ ਮਣਕਾ ਟੁੱਟ ਗਿਆ ਧੌਣ ਦਾ, ਸਿਰ ਚੱਕਿਆ ਨਹੀਂ ਜਾਂਦਾ। ਜਿਵੇਂ ਬਲਦ ਸਿਰ ਮਾਰਦਾ ਹੈ, ਲੋਕ ਠੇਡੇ ਮਾਰਦੇ ਆ, ਆਰਾਂ ਲਾਉਂਦੇ ਆ ਵੀ ਸ਼ਾਇਦ ਬਲਦ ਉੱਠ ਖੜੇ, ਪਰ ਜ਼ੋਰ ਪਵੇ ਤਾਂ ਫੇਰ ਹੀ ਹੈ। ਧੌਣ ਕੋਲੋਂ ਮਣਕਾ ਟੁੱਟ ਗਿਆ, ਉਸ ਦਾ ਗੱਡਾ ਵੱਜਿਆ ਉੱਤੇ ਡਿੱਗਦੇ ਦੇ, ਠਿੱਬੀ ਵੱਜੀ, ਡਿੱਗ ਪਿਆ। ਧੌਣ 'ਚੋਂ ਨਾੜ ਟੁੱਟ ਗਈ ਆ, ਰੀੜ੍ਹ ਦੀ ਹੱਡੀ, ਹੁਣ ਉੱਠਿਆ ਨਹੀਂ ਜਾਂਦਾ। ਇਸੇ ਤਰ੍ਹਾਂ ਬੰਦਾ ਵੀ ਅਖੀਰ 'ਤੇ ਪਛਤਾਉਂਦਾ ਜਦੋਂ ਕੋਈ ਵਾਹ ਨਹੀਂ ਚੱਲਦੀ। ਕਹਿਤ ਕਬੀਰ ਰਾਮ ਨਾਮ ਬਿਨ ਮੂੰਡ ਧੁਨੇ। ਸਿਰ ਮਾਰਨਾ ਮੂੰਡ ਧੁਨੇ ਪਛਤਾਈ ਹੈ। ਬੰਦਾ ਵੀ ਪਛਤਾਉਂਦਾ ਬਈ ਮੈਂ ਆਇਆ ਕਾਹਦੇ ਵਾਸਤੇ ਸੀਗਾ ਤੇ ਸਾਰੀ ਜ਼ਿੰਦਗੀ ਆ ਜਵਾਕਾਂ ਪਿੱਛੇ ਖਰਾਬ ਕਰਤੀ। ਆ ਕਈ ਆਪਣੇ ਕੋਲ ਅੱਜ ਕੱਲ੍ਹ ਮੀਡੀਆ ਦਾ ਯੁੱਗ ਹੈ, ਮੋਬਾਈਲਾਂ 'ਤੇ ਖਬਰਾਂ ਆ ਜਾਂਦੀਆਂ। ਜਿਨ੍ਹਾਂ ਬੱਚਿਆਂ ਨੂੰ ਅਸੀਂ ਮੂੰਹ 'ਚੋਂ ਬੁਰਕੀਆਂ ਕੱਢ ਕੱਢ ਕੇ ਖਵਾਉਣੇ ਆ, ਨਹੀਂ ਮੈਂ ਨਹੀਂ ਮੇਰੇ ਬੱਚੇ ਨੂੰ ਖਵਾਊਂਗਾ। ਤੇ ਜਦ ਬੱਚੇ ਵੱਡੇ ਹੋ ਜਾਂਦੇ ਆ, ਮਾਂ ਪਿਓ ਬੁੱਢੇ ਹੋ ਜਾਂਦੇ ਆ, ਉਹੀ ਬੱਚੇ ਕਹਿੰਦੇ ਆ ਬਾਪੂ ਤੈਨੂੰ ਖਾਣਾ ਨਹੀਂ ਆਉਂਦਾ ਗਾ। ਬਜ਼ੁਰਗਾਂ ਦੀ ਬੇਅਦਬੀ ਕਰਦੇ ਆ। ਅਸਲ ਦੇ ਵਿੱਚ ਇਹ ਕਿਉਂ ਹੁੰਦੀ ਆ? ਕਹਿਣ ਲੱਗੇ ਕਿਉਂਕਿ ਜਨ ਭਗਤਨ ਕੋ ਕਹਿਓ ਨਾ ਮਾਨੋ ਕੀਓ ਆਪਣੋ ਪਈ ਹੈ। ਪਰਮੇਸ਼ਰ ਨਾਲ ਨਹੀਂ ਜੁੜਿਆ, ਆਪਦੀ ਮਨ ਮਰਜ਼ੀ ਕਰਦਾ ਰਿਹਾ। ਅੱਜ ਦੇ ਸ਼ਬਦ ਨੂੰ ਵੀ ਆਪਾਂ ਨਾਲ ਨਾਲ ਚੱਲੀਏ। ਸਾਕਤ ਕੂੜੇ ਸੱਚ ਨ ਭਾਵੈ। ਇਸ ਮਨਮੁਖ ਨੂੰ ਚੰਗਾ ਨਹੀਂ ਲੱਗਦਾ ਸੱਚ। ਰੱਬ ਦੇ ਪਿਆਰਿਆਂ ਦੀ ਗੱਲ ਫਿੱਟ ਨਹੀਂ ਬਹਿੰਦੀ। ਕਮਾਈ ਵਾਲੀ ਗੱਡ, ਪੈਸਾ ਕਿਵੇਂ ਜੁੜੇ, ਕਿੱਧਰੋਂ ਆਵੇ, ਇਹ ਗੱਲਾਂ ਚੰਗੀਆਂ ਲੱਗਦੀਆਂ। ਇਹਦਾ ਇੰਤਜ਼ਾਮ ਜ਼ਰੂਰ ਕਰਦਾ ਹੈ। ਸਾਕਤ ਕੂੜੇ ਸੱਚ ਨ ਭਾਵੈ। ਦੁਬਦਾ ਵਾਧਾ ਆਵੈ ਜਾਵੈ। ਦੁਬਦਾ ਵਿੱਚ ਫਸਿਆ ਹੋਇਆ ਭਟਕਦਾ ਰਹਿੰਦਾ। ਲਿਖਿਆ ਲੇਖ ਨ ਮੇਟੈ ਕੋਈ, ਗੁਰਮੁਖ ਮੁਕਤ ਕਰਾਵਣੇ ਆ। ਅਖੀਰ ਕਬੀਰ ਸਾਹਿਬ ਨੇ ਉੱਥੇ ਬਲਦ ਕੋਲੇ ਖੜ ਕੇ ਬੇਨਤੀ ਕੀਤੀ ਪਰਮੇਸ਼ਰ ਦੇ ਚਰਨਾਂ 'ਚ, ਮਹਾਰਾਜ ਕੱਢ ਲਓ ਇੱਥੋਂ। ਕੀ ਹੋਇਆ? ਗਲਤੀਆਂ ਹੋ ਜਾਂਦੀਆਂ ਜੀਵ ਤੋਂ, ਕਿਰਪਾ ਕਰੋ ਇਹਦੀ ਜੂਨ ਛਡਾ ਦਿਓ ਹੁਣ। ਤੇ ਫਿਰ ਉਸ ਬਲਦ ਦੀ ਮੌਤ ਹੋ ਗਈ ਉੱਥੇ, ਕਿਉਂਕਿ ਹੁਣ ਇਹ ਜ਼ਿੰਦਗੀ ਤਾਂ ਬਤੀਤ ਕਰ ਨਹੀਂ ਸਕਦਾ। ਹੁਣ ਤਾਂ ਇਹ ਰੂਹ ਨੂੰ ਸਰੀਰ 'ਚੋਂ ਕੱਢ ਹੀ ਲਓ। ਤੇ ਪਰਮੇਸ਼ਰ ਨੇ ਕਿਰਪਾ ਕੀਤੀ, ਉਸ ਬਲਦ ਦੀ ਮੌਤ ਹੋ ਗਈ। ਇਸ ਤਰ੍ਹਾਂ ਗੁਰੂ ਪਿਆਰਿਓ ਮਨੁੱਖ ਨੂੰ ਇਹ ਸਮਝਾਇਆ, ਜਦੋਂ ਤੇਰੇ ਸਿਰ 'ਤੇ ਸਿੰਘ ਹੋ ਗਏ, ਜਦੋਂ ਚਾਰ ਪੈਰ ਹੋਏ, ਮੂੰਹ ਗੂੰਗਾ ਹੋਇਆ, ਫਿਰ ਜਪੇਗਾ। ਅੱਜ ਬੰਦਾ ਹੋ ਕੇ ਨਹੀਂ ਜਪਦਾ। ਚਾਰ ਪੈਰ ਦੋ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਊਠ ਬੈਠ ਠੇਗਾ ਪਰ ਹੈ ਤਬ ਕਤ ਮੂੰਡ ਲੁਕਈ ਹੈ। ਹਰ ਬਿਨ ਬੈਲ ਬਿਰਾਨੇ ਹੋਈ ਹੈ। ਜੇ ਨਹੀਂ ਰੱਬ ਰੱਬ ਕਰੇਗਾ, ਨਹੀਂ ਗੁਰੂ ਦੀ ਲੜ ਲੱਗੇਗਾ, ਨਹੀਂ ਪਰਮੇਸ਼ਰ ਦੀ ਗੱਲ ਸੁਣੇਗਾ, ਤੇ ਫਿਰ ਮਿੱਤਰਾ ਵੇਖ ਲਾ ਆ ਟੇਢੀਆਂ ਜੂਨਾਂ ਤਿਆਰ ਹੈ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਕਾ ਜ਼ਮੀਨ ਕਰੰਗਾ। ਪਾਤਸ਼ਾਹ ਜੀ ਕਹਿ ਰਹੇ ਹਨ, ਸਤਿਗੁਰੂ ਨਾਨਕ ਦੇਵ ਜੀ, ਫਿਰ ਜੋ ਕਰਮ ਕੀਤੇ ਫਿਰ ਉਹ ਭੋਗਣੇ ਪੈਣੇ ਆ। ਕਤ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਦੱਦਾ ਦੋਸ਼ ਨ ਦਿਓ ਕਿਸੈ, ਦੋਸ਼ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਜੈ ਅਵਰ ਜਨਾ। ਲਿਖਿਆ ਲੇਖ ਨ ਮੇਟੈ ਕੋਈ। ਫਿਰ ਜਿਹੜੇ ਲੇਖ ਲਿਖੇ ਨਾ ਉਹਨਾਂ ਨੂੰ ਕੋਈ ਬਦਲ ਨਹੀਂ ਸਕਦਾ। ਹਾਂ ਇੱਕ ਥਾਂ ਹੈ, ਉਹ ਕਿਹੜਾ ਮਹਾਰਾਜ?
ਗੁਰਮੁਖ ਮੁਕਤ ਕਰਾਵਣਿਆ। ਗੁਰੂ ਦੇ ਲੜ ਲੱਗ ਜਾ, ਇਹ ਤੇਰੀ ਸੂਲੀ ਨੂੰ ਸੂਲ ਬਣਾ ਕੇ ਕੱਟ ਸਕਦਾ ਹੈ। ਕੋ ਸਤਨਾਮ ਸ੍ਰੀ। ਜਿਸ ਤਰ੍ਹਾਂ ਪੰਜਵੇਂ ਪਾਤਸ਼ਾਹ ਨੇ ਇੱਕ ਰਾਜੇ ਦਾ 100 ਸਾਲ ਦਾ ਜਿਹੜਾ ਜੀਵਨ ਸੀ, ਇੱਕ ਜਨਮ ਕੰਗਾਲਾਂ ਦੇ ਘਰੇ ਪੈਦਾ ਹੋ ਕੇ ਗਰੀਬੀ ਦੇ ਵਿੱਚ ਦੁਖੀ ਹੋ ਕੇ ਬਤੀਤ ਕਰਨਾ ਸੀਗਾ, ਉਹ ਸੁਪਨੇ ਵਿੱਚ ਲੰਘਾ ਦਿੱਤਾ। 1 ਘੰਟੇ ਦੇ ਅੱਧੇ ਘੰਟਿਆਂ ਦਾ ਸੁਪਨਾ ਉਹਨੂੰ ਦੇ ਕੇ ਰਾਤ ਨੂੰ 100 ਸਾਲ ਦਾ ਜੀਵਨ ਉਹਦਾ 1 ਘੰਟੇ ਦੇ ਵਿੱਚ ਕੱਟ ਦਿੱਤਾ। ਨਹੀਂ ਤਾਂ ਮਿੱਤਰੋ ਉਸ ਨੇ ਫਿਰ ਜਿਹੜਾ ਭਰਮ ਕੀਤਾ ਸੀ ਬਾਣੀ ਤੇ, ਲੇਖ ਨਾ ਮਿੱਟੀ ਹੈ ਸਖੀ ਜੋ ਲਿਖਿਆ ਕਰਤਾਰ, ਇਸ ਬਚਨ ਨੂੰ ਸੁਣ ਕੇ ਉਹਨੇ ਭਰਮ ਕੀਤਾ ਵੀ ਜਦ ਗੁਰੂ ਦੀ ਬਾਣੀ 'ਚ ਵੀ ਇਹੀ ਲਿਖਿਆ ਪਿਆ ਵੀ ਲੇਖਾ ਜੋਖਾ ਮਿਟਦਾ ਨਹੀਂ। ਪਰ ਦੂਸਰੇ ਦਿਨ ਗੁਰੂ ਅਰਜਨ ਦੇਵ ਜੀ ਨੇ ਤਜਰਬਾ ਕਰਾਇਆ, ਜਿਹੜਾ ਉਹਨੂੰ ਸੁਪਨੇ ਵਿੱਚ ਵਿਖਾਇਆ ਉਹੀ ਓਰੀਜਨਲ ਵਿੱਚ ਵਿਖਾਇਆ। ਉਹਨੂੰ ਜੰਗਲਾਂ ਵਿੱਚ ਸ਼ਿਕਾਰ ਵੱਲ ਲੈ ਗਏ। ਫਿਰ ਕਹਿੰਦਾ ਬਾਅਦ ਵਿੱਚ ਦੱਸਦਾ ਮਹਾਰਾਜ, ਆ ਸਾਰੇ ਟੱਬਰ, ਸਾਰੇ ਬੱਚੇ, ਸਾਰਾ ਪਰਿਵਾਰ, ਆ ਸਾਰੀ ਖੇਤ ਤੇ ਆ ਛੱਪੜ ਤੇ ਆ ਸੂਰ, ਇਹ ਤਾਂ ਮੈਂ ਰਾਤ ਸੁਪਨੇ 'ਚ ਪਾ ਲਏ ਆ, ਬੱਚੇ ਵੀ ਜੰਮੇ ਆ। ਕਹਿੰਦੇ ਇਹ ਤੂੰ ਸੁਪਨੇ ਵਿੱਚ ਤੈਨੂੰ ਵਿਖਾਏ ਨਾ, ਇਹ ਤੂੰ ਇੱਕ ਜ਼ਿੰਦਗੀ, ਇੱਕ ਜਨਮ ਇੱਥੇ ਬਤੀਤ ਕਰਨਾ ਸੀਗਾ, ਪਰ ਤੇਰਾ ਸੁਪਨੇ ਕੱਟਿਆ ਗਿਆ। ਗੁਰੂ ਕੋਲੇ ਆਉਣ ਕਰਕੇ ਚੰਗਾ ਰਿਹਾ, ਤੂੰ ਆ ਗਿਆ, ਤੇਰਾ ਭਲਾ ਹੋ ਗਿਆ। ਇਸ ਕਰਕੇ ਹਾਂ ਕਿੱਥੇ ਮਿਟਦਾ ਹੈ, ਲਿਖਿਆ ਲੇਖ ਨ ਮੇਟੈ ਕੋਈ, ਗੁਰਮੁਖ ਮੁਕਤ ਕਰਾਵਣਿਆ। ਗੁਰੂ ਕੋਲੇ ਆ ਕੇ ਮਿਟਦਾ। ਪਰ ਪਈ ਅੜੈ ਫਿਰ ਜਾਤੋ ਨਾਹੀ, ਜਿਨ੍ਹਾਂ ਜੀਵ ਇਸਤਰੀਆਂ ਨੇ ਮਾਤ ਲੋਕ ਦੇ ਪੇਕਿਆਂ ਵਿੱਚ ਰਹਿੰਦਿਆਂ ਹੋਇਆਂ ਮਾਲਕ ਨੂੰ ਪਛਾਣਿਆ ਨਹੀਂ, ਮਾਲਕ ਨੂੰ ਸਮਝਿਆ ਨਹੀਂ, ਮਾਲਕ ਨੂੰ ਜਾਣਿਆ ਨਹੀਂ। ਇਹ ਪੇਕੇ ਆ, ਇੱਥੋਂ ਸਭ ਨੇ ਹੀ ਵਿਦਾ ਹੋਣਾ, ਜਿਵੇਂ ਲੜਕੀਆਂ ਵਿਦਾ ਹੁੰਦੀਆਂ ਪੇਕਿਆਂ 'ਚੋਂ, ਆਪਾਂ ਸਭ ਨੇ ਜਾਣਾ। ਤੇ ਸਹੁਰੇ ਆਪਣੇ ਪਰਮੇਸ਼ਰ ਦਾ ਘਰ ਹੈ, ਸੱਚਖੰਡ ਹੈ। ਕਹਿੰਦੇ ਇਸ ਕਰਕੇ ਜਿਨ੍ਹਾਂ ਨੇ ਪੇਕਿਆਂ ਵਿੱਚ ਰਹਿੰਦਿਆਂ ਆਪਣੇ ਮਾਲਕ ਨੂੰ ਯਾਦ ਨਹੀਂ ਕੀਤਾ, ਝੂਠ ਬਿਛੁੰਨੀ ਰੋਵੇ ਤਾਹੀਂ, ਫਿਰ ਉਹ ਜੀਵ ਇਸਤਰੀਆਂ ਵਿਛੜ ਕੇ ਰੋਂਦੀਆਂ ਹੈ, ਧਾਹਾਂ ਮਾਰ ਮਾਰ ਕੇ ਰੋਂਦੀਆਂ, ਟੇਡੀਆਂ ਜੂਨਾਂ 'ਚ ਪੈ ਗਏ। ਅਵਗੁਣ ਮੁੱਠੀ ਮਹਿਲ ਨ ਪਾਏ, ਉਹਨਾਂ ਨੂੰ ਮਾਲਕ ਆਪਣੇ ਘਰਾਂ ਵਿੱਚ ਨਹੀਂ ਲੈ ਕੇ ਜਾਂਦਾ। ਇਹ ਸ਼ਬਦ ਦੀ ਸ਼ੁਰੂਆਤ ਕੱਲ੍ਹ ਆਪਾਂ ਕੀਤੀ ਸੀ। ਮਰਦਾਨੇ ਨੇ ਪੁੱਛਿਆ ਸੀ, ਬਾਬਾ ਜੀ ਪਰਮੇਸ਼ਰ ਦੀ ਦਰਗਾਹ ਵਿੱਚ ਕੌਣ ਪ੍ਰਵਾਨ ਹੁੰਦਾ, ਕਿਹਨੂੰ ਪਰਮੇਸ਼ਰ ਰੂਪੀ ਪਤੀ ਆਪਦੇ ਘਰੇ ਲੈ ਕੇ ਜਾਂਦਾ? ਬਾਬਾ ਜੀ ਕਹਿੰਦੇ ਸੀ, ਸ਼ਬਦ ਰੰਗਾਏ ਹੁਕਮ ਸਵਾਏ, ਸੱਚੀ ਦਰਗਾਹ ਮਹਿਲ ਬੁਲਾਏ, ਸੱਚੇ ਦੀਨ ਦਿਆਲ ਮੇਰੇ ਸਹਿਬਾ, ਸੱਚੇ ਮਨ ਪਤੀ ਆਵਣਿਆ। ਜਿਨ੍ਹਾਂ ਦਾ ਮਨ ਸੱਚ ਨਾਲ ਜੁੜ ਗਿਆ, ਜਿਨ੍ਹਾਂ ਨੇ ਆਪਣੇ ਮਨ ਨੂੰ ਹਰੀ ਦੇ ਰੰਗ ਵਿੱਚ ਰੰਗ ਲਿਆ, ਮਾਲਕ ਉਹਨਾਂ ਨੂੰ ਆਪਣੇ ਘਰੇ ਲੈ ਜਾਂਦਾ। ਬੱਚੀ ਨੂੰ ਲਾਲ ਰੰਗ ਵਿੱਚ ਰੰਗਿਆ ਜਾਂਦਾ, ਮਤਲਬ ਲਾਲ ਚੂੜਾ, ਲਾਲ ਕੱਪੜੇ, ਲਾਲ ਚੋਲਾ, ਲਾਲ ਸੰਧੂਰ, ਲਾਲ ਮਹਿੰਦੀ, ਉਹ ਵੀ ਲਾਲ ਰੰਗ ਹੈ। ਉਹ ਓਨਲੀ ਇੱਕ ਇਸ਼ਾਰਾ ਹੈ, ਉਦਾਹਰਨ ਹੈ। ਤੇ ਇੱਥੇ ਲਾਲ ਰੰਗ ਤੋਂ ਮਤਲਬ ਪਰਮੇਸ਼ਰ ਦੇ ਨਾਮ ਦਾ ਰੰਗ ਜਿਹਨੂੰ ਚੜ੍ਹ ਗਿਆ, ਪਰਮੇਸ਼ਰ ਉਹਨੂੰ ਆਪਣੇ ਘਰੇ ਲੈ ਜਾਂਦਾ। ਮੇਰੇ ਪ੍ਰੀਤਮ ਜੀ ਕਹਿੰਦੇ ਆਖਰੀ ਪੰਕਤੀਆਂ ਵਿੱਚ, ਪਈ ਅੜੈ ਫਿਰ ਜਾਤੋ ਨਾਹੀ, ਝੂਠ ਬਿਛੁੰਨੀ ਰੋਵੇ ਤਾਹੀਂ। ਧਾਹਾਂ ਮਾਰ ਮਾਰ ਕੇ ਫਿਰ ਜੀਵ ਆਤਮਾ ਟੇਡੀਆਂ ਜੂਨਾਂ ਵਿੱਚ ਰੋਂਦੀ ਆ, ਭਟਕਦੀ ਆ। ਆ ਜਿਹੜੇ ਪਸ਼ੂ ਵਿਚਾਰੇ ਭਟਕਦੇ ਫਿਰਦੇ ਆ, ਟੇਡੀਆਂ ਜੂਨਾਂ ਹੀ ਆ ਨਾ। ਇਹਨਾਂ ਡੰਡੇ ਪੈਂਦੇ ਆ ਤੇ ਆਪਾਂ ਇਹਨਾਂ ਦੇ ਵਾਸਤੇ ਜਮਦੂਤ ਆ। ਕੋਈ ਅਵਾਰਾ ਪਸ਼ੂ ਸਾਡੇ ਬਾਹਰ 'ਚ ਖੜ੍ਹ ਗਿਆ, ਸਾਡੀ ਦੁਕਾਨ 'ਤੇ ਖੜ੍ਹ ਗਿਆ, ਕੋਈ ਮੂੰਹ ਮਾਰਤਾ ਸੇਠ ਦੀ ਬੋਰੀ ਨੂੰ ਤੇ ਡੰਡੇ ਪੈਂਦੇ ਆ, ਤੇ ਅਸੀਂ ਸਾਰੇ ਜਮਦੂਤ ਹੀ ਆ ਇਹਨਾਂ ਪਸ਼ੂਆਂ ਵਾਸਤੇ। ਤੇ ਬਾਬਾ ਜੀ ਕਹਿੰਦੇ ਇਸ ਤਰ੍ਹਾਂ ਜਮਦਰ ਬੱਧਾ ਚੋਟਾਂ ਖਾਏ, ਇਹ ਜੀਵ ਫਿਰ ਡੰਡੇ ਖਾਂਦਾ ਥਾਂ ਥਾਂ ਤੋਂ। ਭਗਤ ਜੀ ਕਹਿ ਰਹੇ ਸੀਗੇ, ਜਨ ਭਗਤਨ ਕੋ ਕਹਿਓ ਨਾ ਮਾਨੈ, ਕਿ ਉਹ ਆਪਣੋ ਪਈ ਹੈ ਤੂੰ ਮਨ ਮਰਜ਼ੀ ਕੀਤੀ ਆ। ਇਸੇ ਕਰਕੇ ਤੇਰੇ ਪੈਂਦੀਆਂ ਮਨਮੁਖ ਭੂਲਾ ਠੌਰ ਨਾ ਪਾਏ, ਜਮਦਰ ਬੱਧਾ ਚੋਟਾਂ ਖਾਏ। ਬਾਬਾ ਜੀ ਕਹਿੰਦੇ ਜਿਨ੍ਹਾਂ ਨੇ ਇੱਥੇ ਮਾਲਕ ਨੂੰ ਯਾਦ ਨਹੀਂ ਕੀਤਾ, ਪਈ ਅੜੈ ਫਿਰ ਜਾਤੋ ਨਾਹੀ, ਝੂਠ ਬਿਛੁੰਨੀ ਰੋਵੇ ਤਾਹੀਂ, ਅਵਗੁਣ ਮੁੱਠੀ ਮਹਿਲ ਨਾ ਪਾਏ। ਔਗਣਾਂ ਦੀ ਭਰੀ ਹੋਈ ਬੱਚੀ ਵਿਆਹੁਣੇ ਆ, ਬੱਚਾ ਵਿਆਹੁਣੇ ਆ, ਉੱਥੇ ਕਈ ਵਾਰੀ ਫਿਟਕਣੀ ਬਹਿੰਦੀ, ਕਈ ਵਾਰੀ ਉਹਨਾਂ ਦਾ ਜਿਹੜਾ ਹੈ ਗੱਲਬਾਤ ਬਣਦੀ ਨਹੀਂ, ਆਪਸ ਵਿੱਚ ਲੜਾਈ ਹੋ ਜਾਂਦੀ ਆ। ਉੱਥੇ ਫਿਰ ਕਾਰਨ ਕੀ ਹੁੰਦਾ ਹੈ? ਦੋਹਾਂ ਧਿਰਾਂ 'ਚੋਂ ਇੱਕ ਧਿਰ ਵਿੱਚ ਗਲਤੀ ਹੁੰਦੀ ਹੈ ਕੋਈ ਨਾ ਕੋਈ, ਔਗਣਾ ਕਰਕੇ। ਕੋਈ ਕਹਿੰਦਾ ਤੁਹਾਡੀ ਲੜਕੀ ਨੂੰ ਕੰਮ ਨਹੀਂ ਕਰਨਾ ਆਉਂਦਾ, ਕੋਈ ਕਹਿੰਦਾ ਤੁਸੀਂ ਸਾਨੂੰ ਸਿੱਧਰੀ ਵਿਆਹਤੀ, ਉਹ ਉਹਨੂੰ ਛੱਡ ਦਿੰਦੇ ਆ।
ਇਸੇ ਤਰ੍ਹਾਂ ਇਹ ਜੀਵ ਵੀ ਜਦੋਂ ਸਿਧਰਾਪਣ ਵਿਖਾਉਂਦਾ, ਪਰਮੇਸ਼ਰ ਦੇ ਨਾਮ ਨੂੰ ਜਪਦਾ ਨਹੀਂ, ਨਾਮ ਨਾਲ ਜੁੜਦਾ ਨਹੀਂ, ਤਾਂ ਇਹਨੂੰ ਪਰਮੇਸ਼ਰ ਛੱਡਦਾ, ਜਾ ਤੂੰ ਦੁਨੀਆ ਵਿੱਚ ਹੀ ਰਹਿ, ਟੇਢੀਆਂ ਜੂਨਾਂ ਭੋਗ। ਅਵਗੁਣ ਮੁੱਠੀ ਔਗਣਾ ਦੇ ਨਾਲ ਠੱਗੀ ਗਈ ਇਹ, ਮਹਿਲ ਨਾ ਪਾਏ ਮਾਲਕ ਦਾ ਘਰ ਨਹੀਂ ਮਿਲਿਆ। ਅਵਗੁਣ ਗੁਣ ਬਖਸ਼ਾ ਬਣਿਆ, ਤੇਰੇ ਔਗਣਾ ਨੂੰ ਬਖਸ਼ਿਆ ਜਾ ਸਕਦਾ ਹੈ ਜੇ ਤੂੰ ਗੁਰੂ ਕੋਲੇ ਚਲਿਆ ਜਾਵੇਂ। ਤੈਨੂੰ ਉਹ ਗੁਣ ਦੇ ਦੂਗਾ, ਤੇਰੇ ਔਗਣ ਕੱਢ ਦੂਗਾ। ਜਿਵੇਂ ਬੱਚੀ ਜੇ ਮਾਂ ਪਿਓ ਕੋਲੋਂ, ਆਪਣੀ ਮਾਤਾ ਕੋਲੋਂ ਘਰ ਦੇ ਸਾਰੇ ਕੰਮ ਸਿੱਖ ਕੇ ਜਾਵੇ, ਮਾਂ ਦੀ ਗੱਲ ਮੰਨੇ, ਪਿਓ ਦੀ ਗੱਲ ਮੰਨੇ, ਤਾਂ ਉਸ ਨੂੰ ਮਾਂ ਪਿਓ ਵਧੀਆ ਗਾਈਡੈਂਸ ਕਰਕੇ ਇੱਕ ਸਚਿਆਰੀ ਲੜਕੀ ਬਣਾ ਦੇਣ, ਤੇ ਜਦ ਉਹ ਸਹੁਰਿਆਂ ਦੇ ਘਰ ਜਾਵੇਗੀ ਫਿਰ ਆਂਢ ਗੁਆਂਢ ਦੀਆਂ ਬੁੜੀਆਂ ਵੀ ਸਿਫਤਾਂ ਕਰਦੀਆਂ, ਫਲਾਨਿਆਂ ਦੀ ਨੂੰਹ ਬੜੀ ਸਿਆਣੀ ਆ, ਸਾਰਾ ਕੱਢਣਾ ਕੱਤਣਾ ਘਰ ਦੇ ਸਾਰੇ ਕੰਮ ਜਾਣਦੀ ਆ। ਆਪਦੀਆਂ ਨੂੰਹਾਂ ਨੂੰ ਉਹਨਾਂ ਦੀ ਨੂੰਹ ਦੀਆਂ ਉਦਾਹਰਨਾਂ ਦੇਣਗੇ, ਫਲਾਨਿਆਂ ਦੀ ਨੂੰਹ ਵੀ ਦੇਖ ਲਾ, ਉਹਦੇ ਕੋਲੋਂ ਸਿੱਖ ਲਓ ਮਾੜਾ ਮੋਟਾ, ਕਿੱਡੀ ਸਿਆਣੀ ਆ ਉਹ। ਇਸੇ ਤਰ੍ਹਾਂ ਹੀ ਗੁਰਮੁਖਾਂ ਦੀ ਸੰਗਤ ਕਰੀਏ, ਗੁਰਮੁਖਾਂ ਕੋਲੋਂ ਸਿੱਖ ਲਈਏ ਮਾੜਾ ਮੋਟਾ, ਜਿਨ੍ਹਾਂ ਦੇ ਕੋਲ ਰੱਬ ਦੀ ਗੱਲ ਹੈ, ਗੁਰੂ ਦੀ ਸੰਗਤ ਕਰੀਏ, ਗੁਰੂ ਦੇ ਪਿਆਰਿਆਂ ਦੀ ਸੰਗਤ ਕਰੀਏ। ਬਾਬਾ ਜੀ ਕਹਿੰਦੇ ਅਵਗੁਣ ਮੁੱਠੀ ਮਹਿਲ ਨ ਪਾਏ, ਅਵਗੁਣ ਗੁਣ ਬਖਸ਼ਾਵਣਿਆ, ਪਈ ਅੜੇ ਜਿਨ ਜਾਤਾ ਪਿਆਰਾ। ਜਿਨ੍ਹਾਂ ਨੇ ਇੱਥੇ ਰਹਿੰਦਿਆਂ ਹੋਇਆਂ ਗੁਰੂ ਨੂੰ ਮਿਲ ਕੇ ਉਸ ਮਾਲਕ ਨੂੰ ਜਾਣ ਲਿਆ, ਉਹਦੀ ਜਾਣਕਾਰੀ ਲੈ ਲਈ। ਬੰਦੇ ਖੋਜ ਦਿਲ ਹਰ ਰੋਜ਼ ਨਾ, ਫਿਰ ਪਰੇਸ਼ਾਨੀ ਮਾਹੇ ਜੀ ਨੇ ਆਪਣੀ ਖੋਜ ਕਰ ਲਈ, ਆਪਣੇ ਮਾਲਕ ਦੀ ਖੋਜ ਕਰ ਲਈ, ਉਹ ਉਹਦੇ ਘਰੇ ਜਾ ਵਸਦੀਆਂ। ਪਈ ਅੜੈ ਜਿਨ ਜਾਤਾ ਪਿਆਰਾ, ਗੁਰਮੁਖ ਬੂਝੈ ਤਤ ਵਿਚਾਰਾ। ਗੁਰੂ ਨੂੰ ਪੁੱਛ ਕੇ, ਗੁਰਮੁਖਾਂ ਨੂੰ ਪੁੱਛ ਕੇ, ਗੁਰਮੁਖ ਸ਼ਬਦ ਪਰਮੇਸ਼ਰ ਵਾਸਤੇ ਵਰਤਿਆ ਜਾਂਦਾ ਹੈ, ਗੁਰੂ ਵਾਸਤੇ ਵੀ ਤੇ ਗੁਰਮੁਖਾਂ ਵਾਸਤੇ ਵੀ, ਜਿਹੜੇ ਗੁਰਮਤਿ ਅਨੁਸਾਰ ਚੱਲਦੇ ਗੁਰਸਿੱਖ, ਉਹਨਾਂ ਵਾਸਤੇ ਵਰਤਿਆ ਜਾਂਦਾ। ਕਹਿੰਦੇ ਆਓ ਉਹਨਾਂ ਦੀ ਸੰਗਤ ਕਰਕੇ ਉਹਨਾਂ ਨੂੰ ਪੁੱਛੀਏ, ਤਤ ਦੀ ਗੱਲ, ਅਸਲੀਅਤ ਕੀ ਹੈ ਸਾਨੂੰ ਸਮਝਾਓ। ਗੁਰੂ ਸਮਝਾਉਂਦਾ ਫਿਰ ਅਸਲੀਅਤ ਕੀ ਹੈ। ਗੁਰਮੁਖ ਬੂਝੈ ਤਤ ਵਿਚਾਰਾ, ਆਵਣ ਜਾਣਾ ਠਾਕ ਰਹਾਏ। ਤੇ ਗੁਰੂ ਇੰਨੀ ਪਾਵਰ ਰੱਖਦਾ ਹੈ ਕਿ ਜੀਵ ਦਾ ਜੰਮਣਾ ਮਰਨਾ ਉੱਥੇ ਕੱਟ ਦਿੰਦਾ, ਬੰਦ ਕਰ ਦਿੰਦਾ। ਕਹੋ ਸਤਨਾਮ ਸੀ। ਏਕ ਚੀਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਵਿੱਚ ਨ ਆਇਓ। ਇਹ ਗੁਰੂ ਵਾਅਦਾ ਕਰਦਾ ਹੈ, ਜੇ ਤੂੰ ਮਰਦਾ ਮਰਦਾ ਵੀ ਮੈਨੂੰ ਯਾਦ ਕਰ ਲਿਆ ਨਾ, ਤੇ ਮੈਂ ਤੈਨੂੰ ਟੇਢੀਆਂ ਜੂਨਾਂ ਵਿੱਚ ਨਹੀਂ ਜਾਣ ਦਿਆਂਗਾ। ਇਹ ਮੇਰਾ ਵਾਅਦਾ ਹੈ। 10ਵੇਂ ਪਾਤਸ਼ਾਹ ਜੀ ਦਾ ਬਚਨ ਹੈ, 10ਮ ਗ੍ਰੰਥ ਜੀ ਬਾਣੀ ਚੋਂ। ਏਕ ਚੀਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਵਿੱਚ ਨ ਆਇਓ। ਪ੍ਰੀਤਮ ਜੀ ਕਹਿੰਦੇ ਪਈ ਅੜੇ ਜਿਨ੍ਹਾਂ ਨੇ ਮਾਤਲੋਕ ਵਿੱਚ ਵਿਚਰਦੇ ਆ, ਜਾਤਾ ਪਿਆਰਾ ਆਪਣੇ ਮਾਲਕ ਦੀ ਜਾਣਕਾਰੀ ਲੈ ਲਈ ਪਰਮੇਸ਼ਰ ਦੀ। ਗੁਰਮੁਖ ਬੂਝੈ ਤਤ ਵਿਚਾਰਾ, ਗੁਰੂ ਨੂੰ ਪੁੱਛ ਕੇ ਤਤ ਦੀ ਜਾਣਕਾਰੀ ਲੈ ਲਈ। ਆਵਣ ਜਾਣਾ ਠਾਕਰ ਹਾਏ, ਉਹਨਾਂ ਦਾ ਜੰਮਣਾ ਮਰਨਾ ਭਟਕਣਾ ਖਤਮ ਹੋ ਗਿਆ। ਸੱਚੇ ਨਾਮ ਸਮਾਵਣਿਆ, ਉਹ ਨਾਮ ਜਪਦੇ ਹੋਏ ਮਾਲਕ ਵਿੱਚ ਮਿਲ ਜਾਂਦੇ ਆ। ਆਓ ਸਾਨੂੰ ਸਲਾਹ ਦਿੰਦੇ ਆ ਧੰਨ ਗੁਰੂ ਨਾਨਕ ਦੇਵ ਜੀ, ਗੁਰਮੁਖ ਬੂਝੇ ਅਕਥ ਕਹਾਵੇ। ਆਓ ਗੁਰੂ ਨੂੰ ਪੁੱਛੀਏ ਉਸ ਅਕਥ ਦੀ ਕਥਾ। ਵੈਸੇ ਰੱਬ ਨੂੰ ਸਮਝਣਾ ਕੋਈ ਸੌਖੀ ਜੀ ਗੱਲ ਨਹੀਂ, ਪਰ ਗੁਰੂ ਸਮਝਾ ਸਕਦਾ, ਗੁਰੂ ਕੋਲੇ ਤਾਕਤ ਹੈ। ਗੁਰਮੁਖ ਬੂਝੈ ਅਕਥ ਕਹਾਵੇ, ਜਿਹੜਾ ਕਥਿਆ ਨਹੀਂ ਜਾ ਸਕਦਾ ਉਹਦੇ ਬਾਰੇ ਗੁਰੂ ਕਰ ਸਕਦਾ ਹੈ, ਗੁਰੂ ਕੋਲੇ ਤਾਕਤ ਹੈ। ਸੱਚੇ ਠਾਕਰ ਸਾਚੋ ਭਾਵੈ, ਉਹਨਾਂ ਨੂੰ ਸੱਚੇ ਮਾਲਕ ਦੇ ਨਾਲ ਜੋੜ ਦਿੰਦਾ ਹੈ, ਜਿਨ੍ਹਾਂ ਨੂੰ ਸੱਚ ਚੰਗਾ ਲੱਗਦਾ ਹੈ। ਕਿਉਂਕਿ ਜਿਹੜਾ ਗੱਲ ਮੰਨੇ ਉਸ ਨੂੰ ਸਮਝਾਉਣ ਦਾ ਫਾਇਦਾ ਨਾ, ਜਿਹੜਾ ਮੰਨਦਾ ਨਹੀਂ ਫਿਰ ਉਹਨੂੰ ਕੌਣ ਸਮਝਾਵੇ ਬਈ। ਹਾਂ, ਜਿਹਦੀ ਇੱਛਾ ਹੈ ਉਹ ਗੁਰੂ ਕੋਲ ਆਓ ਤੇ ਗੁਰੂ ਸਮਝਾਉਣ ਨੂੰ ਤਿਆਰ ਹੈ। ਸੱਚੇ ਠਾਕਰ ਸਾਚੋ ਭਾਵੈ, ਨਾਨਕ ਸੱਚ ਕਹੈ ਬੇਨੰਤੀ। ਸੱਚ ਮਿਲੇ ਗੁਣ ਗਾਵਣਿਆ। ਇਹ ਨਾਨਕ ਜੀ ਪਹਿਲੇ ਪਾਤਸ਼ਾਹ ਕਹਿੰਦੇ ਮੈਂ ਬੇਨਤੀ ਕਰਦਾ, ਇਹ ਸੱਚੀ ਗੱਲ ਹੈ। ਜੇ ਸੱਚ ਨਾਲ ਜੁੜਨਾ ਹੈ ਤੇ ਸੱਚ ਦੇ ਗੁਣ ਗਾਇਆ ਕਰੋ। ਹੁਣ ਸੱਚ ਦੇ ਗੁਣ ਕਿਵੇਂ ਗਾਈਏ? ਸੱਚੇ ਦੇ ਨਾਲ ਖੜੀਏ, ਸੱਚ ਦੇ ਨਾਲ ਖੜੀਏ, ਝੂਠ ਦਾ ਸਾਥ ਨਾ ਦਈਏ, ਝੂਠੇ ਨੂੰ ਅਸੀਂ ਕੋਈ ਤਰਜੀਹ ਨਾ ਦਈਏ। ਸਰਕਾਰੀ ਰਾਜਨੀਤੀ ਵਿੱਚ ਵੀ ਸੱਚ ਦਾ ਸਾਥ ਦਈਏ, ਫਿਰ ਜ਼ਰੂਰ ਅਸੀਂ ਸੱਚ ਨੂੰ ਪ੍ਰਾਪਤ ਕਰ ਸਕਦੇ ਹਾਂ। ਕਿਉਂਕਿ ਇੱਥੇ ਸੱਚ ਦੇ ਨਾਲ ਵਿਚਰਾਂਗੇ, ਫਿਰ ਮਰਦੇ ਹੋਏ ਵੀ ਸੱਚ ਨੂੰ ਪ੍ਰਾਪਤ ਕਰਾਂਗੇ। ਨਾਨਕ ਸੱਚ ਕਹੈ ਬੇਨੰਤੀ,
ਆਦ ਸੱਚ, ਜੁਗਾੜ ਸੱਚ, ਹੈਪੀ ਸੱਚ, ਨਾਨਕ ਹੋਸੀ ਵੀ ਸੱਚ। ਕੇਵਲ ਕੋਈ ਉਹ ਪਰਮੇਸ਼ਰ ਨਹੀਂ ਜਿਹੜਾ ਦਿਸਦਾ ਨਹੀਂਗਾ। ਸੱਚ ਉਹ ਵੀ ਹੈ, ਇਹਦਾ ਅਰਥ ਇਹ ਵੀ ਹੈ ਕਿ ਸੱਚ ਹਮੇਸ਼ਾ ਰਹਿਣ ਵਾਲਾ ਹੈ। ਜੋ ਅੱਜ ਤੋਂ ਪਹਿਲਾਂ ਸੱਚ ਸੀ ਉਹ ਅੱਜ ਵੀ ਸੱਚ ਹੈ, ਕੱਲ੍ਹ ਨੂੰ ਵੀ ਸੱਚ ਹੈ, ਸਦਾ ਹੀ ਸੱਚ ਹੈ। ਤੇ ਝੂਠ ਖਤਮ ਹੋਣ ਵਾਲਾ, ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਤਾਂ ਤੇ ਸੱਚ ਦਾ ਸਾਥ ਦਈਏ, ਹੇਠਲੇ ਪੱਧਰ ਤੋਂ ਸੱਚ ਬੋਲਣਾ, ਸੱਚ ਦਾ ਸਾਥ ਦੇਣਾ ਸ਼ੁਰੂ ਕਰੀਏ ਤਾਂ ਅਖੀਰ ਤੇ ਉਤਲੇ ਪੱਧਰ ਤੇ ਪਹੁੰਚਦੇ ਪਹੁੰਚਦੇ ਅਸੀਂ ਸੱਚ ਦੇ ਵਿੱਚ ਸਮਾ ਜਾਵਾਂਗੇ। ਨਾਨਕ ਸੱਚ ਕਹੈ ਬੇਨੰਤੀ, ਸੱਚ ਮਿਲੇ ਗੁਣ ਗਾਵਣਿਆ। ਇਉਂ ਜਪਦੇ ਜਪਦੇ ਸੱਚ ਵਿੱਚ ਮਿਲ ਜਾਵਾਂਗੇ ਤੇ ਪਰਮੇਸ਼ਰ ਸਾਨੂੰ ਆਪਦੇ ਘਰੇ ਲੈ ਜਾਊਗਾ। ਸ਼ਬਦ ਰੰਗਾਏ ਹੁਕਮ ਸਵਾਏ, ਸੱਚੀ ਦਰਗਹਿ ਮਹਿਲ ਬੁਲਾਏ। ਸੱਚੇ ਦੀਨ ਦਿਆਲ ਮੇਰੇ ਸਹਿਬਾ, ਸੱਚੇ ਮਨ ਪਤੀਆ ਬਣਿਆ। ਜੇ ਨਹੀਂ ਸੱਚ ਨਾਲ ਜੁੜਾਂਗੇ ਫਿਰ ਅੱਜ ਦਾ ਜਿਹੜਾ ਸ਼ਬਦ ਸੀਗਾ, ਮਨਮੁਖ ਭੂਲਾ ਠੌਰ ਨਾ ਪਾਏ, ਜਮਦਰ ਬੱਧਾ ਚੋਟਾਂ ਖਾਏ। ਬਿਨ ਨਾਮੈ ਕੋ ਸੰਗ ਨ ਸਾਥੀ, ਫਿਰ ਸਾਡਾ ਕੋਈ ਸੰਗੀ ਸਾਥੀ ਨਹੀਂ, ਭਟਕ ਜਾਵਾਂਗੇ। ਜੇ ਬਚਣਾ ਤਾਂ ਮੁਕਤ ਹੋਣਾ, ਤਾਂ ਮੁਕਤੇ ਨਾਮ ਤੇ ਆਵਣਿਆ। ਫਿਰ ਪਰਮੇਸ਼ਰ ਦਾ ਉਹ ਨਾਮ ਪ੍ਰਾਪਤ ਕਰੀਏ ਜਿਹੜਾ ਗੁਰੂ ਨਾਨਕ ਲੈ ਕੇ ਆਏ, ਜਿਹੜਾ 10 ਗੁਰੂਆਂ ਨੇ ਪ੍ਰਚਾਰ ਕੀਤਾ। ਜੋ ਗੁਰਬਾਣੀ ਕਹਿੰਦੀ ਆ ਇਹ ਸਾਡਾ ਜੀਵਨ ਜਾਚ ਹੈ, ਇਹਦੇ ਮੁਤਾਬਕ ਜੀਵਨ ਜਿਉਵਾਂਗੇ ਤੇ ਜ਼ਰੂਰ ਸੁਖੀ ਵਸਾਂਗੇ ਤੇ ਅਖੀਰ ਪਰਮੇਸ਼ਰ ਵਿੱਚ ਮਿਲ ਜਾਵਾਂਗੇ। ਅਗਲਾ ਸ਼ਬਦ ਇਸੇ ਵਿਸ਼ੇ ਤੇ 5ਵੇਂ ਪਾਤਸ਼ਾਹ ਜੀ ਦਾ ਹੈ। ਮਾਝ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਜੀ ਦਾ ਸ਼ਬਦ ਹੈ ਅਗਲਾ। ਘਰ ਪਹਿਲਾ, ਇਹ ਵੀ ਪਹਿਲੇ ਘਰ ਵਿੱਚ ਗਾਉਣ ਦਾ ਹੁਕਮ ਹੈ। ਕਰਮ ਹੋਵੇ ਸਤਿਗੁਰੂ ਮਿਲਾਏ। ਕਹਿੰਦੇ ਗੁਰੂ ਮਿਲੂ ਕਿੱਥੋਂ? ਅਗਲਾ ਸਵਾਲ ਪੈਦਾ ਹੋ ਗਿਆ, ਗੁਰੂ ਮਿਲੂ ਕਿੱਥੋਂ? ਕਹਿੰਦੇ ਵੱਡੇ ਭਾਗਾਂ ਨਾਲ ਮਿਲਦਾ। ਤੁਸੀਂ ਵੱਡੇ ਭਾਗਾਂ ਵਾਲੇ ਆ ਕੇ ਬੈਠੇ ਹੋ। ਕਹਿੰਦੇ ਭਾਵੇਂ ਪ੍ਰਚਾਰ ਤਾਂ ਸਾਰੇ ਰੋਜ਼ ਹੀ ਕਰਦੇ ਆ ਆਪਾਂ। ਕਬੀਰ ਸਾਹਿਬ ਵੀ ਕਹਿੰਦੇ ਸੇਠ ਨੂੰ ਕਿ ਸਤਸੰਗ 'ਚ ਆਇਆ ਕਰ, ਪਰ ਨਹੀਂ ਗਿਆ। ਬਿਨਾਂ ਭਾਗਾਂ ਤੋਂ ਸਤਸੰਗ ਕਿੱਥੇ ਲੱਭਦੀ ਆ? ਨਹੀਂ ਗਿਆ ਤੇ ਅਖੀਰ ਬਲਦ ਬਣ ਗਿਆ। ਇਸੇ ਤਰ੍ਹਾਂ ਹੀ ਗੁਰੂ ਕਿਰਪਾ ਕੀਤੀ। ਕਰਮ ਹੋਵੇ ਸਤਿਗੁਰੂ ਮਿਲਾਏ, ਸੇਵਾ ਸੁਰਤ ਸ਼ਬਦ ਚਿਤ ਲਾਏ। ਹਉ ਮੈਂ ਮਾਰ ਸਦਾ ਸੁਖ ਪਾਇਆ, ਮਾਇਆ ਮੋਹ ਚੁਕਾਵਣਿਆ। ਇਹ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।